ਵਾਹਿਗੁਰੂ ਸਾਹਿਬ ਜੀਓ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿ ਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਸੁਣੀ ਅਰਦਾਸ ਸੁਆਮੀ ਮੇਰੇ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਧਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹਲਾ ਪਹਿਲਾ, ਦੱਖਣੀ ਓੰਕਾਰ। ਇਕ ਓੰਕਾਰ ਸਤ ਗੁਰ ਪ੍ਰਸਾਦ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਓੰਕਾਰ ਸੈਲ ਜੁਗ ਭਏ। ਓੰਕਾਰ ਵੇਦ ਨਿਰਮਈ।
ਓੰਕਾਰ ਸ਼ਬਦ ਉਧਰੀ, ਓੰਕਾਰ ਗੁਰਮੁਖ ਤਰੀ, ਓਨਮ ਅਖਰ ਸੁਣੋ ਵਿਚਾਰ, ਓਨਮ ਅਖਰ ਤ੍ਰਿਭਵਨ ਸਾਰ, ਸੋਨ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਸੋਨ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਕਮਾਲ ਵਾਲੀ ਕੁਲ ਆਲਮ ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਤਿਨਾਂ ਦੇ ਪਾਵਨ ਮੁਬਾਰਕ ਸਜੇ ਹੋਏ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਵਡਭਾਗੇ ਹਾਂ ਜੋ ਹਰ ਰੋਜ਼ ਦੀ ਤਰ੍ਹਾਂ ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਨਾਲ ਸਾਂਝ ਪਾ ਕੇ ਮਨੁੱਖਾ ਜ਼ਿੰਦਗੀ ਦੇ ਇਸ ਸਮੇਂ ਨੂੰ ਸਫਲਾ ਬਣਾਉਣ ਦਾ ਯਤਨ ਕਰ ਰਹੇ ਹਾਂ। ਪਾਵਨ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਵਿੱਚੋਂ ਅੱਜ ਦੇ ਜਿਨ੍ਹਾਂ ਵਿਚਾਰ ਅਧੀਨ ਅੰਮ੍ਰਿਤ ਬਚਨਾਂ ਦਾ ਪਾਠ ਆਪ ਜੀ ਸ਼ਰਵਣ ਕਰ ਰਹੇ ਸੀ, ਇਹਨਾਂ ਪਾਵਨ ਬਚਨਾਂ ਦੇ ਉਚਾਰਨ ਕਰਤਾ ਜਗਤ ਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਹਨ। ਰਾਮਕਲੀ ਰਾਗ ਵਿੱਚ ਸਤਿਗੁਰੂ ਦੀ ਰਸਨਾ ਤੋਂ ਉਚਾਰੇ ਹੋਏ ਇਹ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਨੰਬਰ 929 ਅਤੇ 930 ਉੱਪਰ ਦਰਜ ਹਨ। ਹਜ਼ੂਰ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਉਚਾਰੀ ਹੋਈ ਪਾਵਨ ਬਾਣੀ ਓੰਕਾਰ ਦੀ ਇਥੋਂ ਆਰੰਭਤਾ ਹੋਈ ਹੈ। ਇਸ ਤੋਂ ਪਹਿਲਾਂ ਇਸ ਰਾਗ ਦੇ ਸ਼ੰਤ ਆਪਾਂ ਵਿਚਾਰੇ ਹਨ ਔਰ ਪੰਚਮ ਗੁਰਦੇਵ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ ਜੋ ਸ਼ੰਤਾਂ ਦੇ ਰੂਪ ਵਿੱਚ ਹੀ ਦਰਜ ਹੈ, ਜਿਸ ਬਾਣੀ ਦਾ ਨਾਮ ਰੁੱਤੀ ਹੈ, ਇਹ ਪਾਵਨ ਬਾਣੀ ਆਪਾਂ ਵਿਚਾਰ ਚੁੱਕੇ ਹਾਂ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰੂ ਜੀ ਨੇ ਆਪਣੀ ਪਾਵਨ ਮੁਬਾਰਕ ਰਸਨਾ ਤੋਂ ਵਿਸ਼ੇਸ਼ ਬਾਣੀਆਂ ਉਚਾਰਨ ਕੀਤੀਆਂ ਹਨ। ਜਿਵੇਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਨੇ ਆ ਜਾਂ ਆਸਾ ਰਾਗ ਦੇ ਵਿੱਚ ਪੱਟੀ ਬਾਣੀ ਗੁਰੂ ਪਾਤਸ਼ਾਹ ਜੀ ਨੇ ਉਚਾਰਨ ਕੀਤੀ, ਸ਼੍ਰੀ ਰਾਗ ਦੇ ਵਿੱਚ ਪਹਿਰੇ ਪਾਵਨ ਬਾਣੀ ਉਚਾਰਨ ਕੀਤੀ ਹੈ। 3 ਵਾਰਾਂ ਵੀ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰੀਆਂ ਹਨ। ਇਸ ਤਰ੍ਹਾਂ ਮਹਾਰਾਜ ਸਤਿਗੁਰੂ ਜੀ ਦੀ ਰਸਨਾ ਤੋਂ ਉਚਾਰੀਆਂ ਹੋਈਆਂ ਆਪਾਂ ਵਿਸ਼ੇਸ਼ ਬਾਣੀਆਂ ਕਹਿ ਸਕਦੇ ਹਾਂ। ਵਿਸ਼ੇਸ਼ ਬਾਣੀਆਂ ਸ਼ਬਦ ਇਸ ਲਈ ਵਰਤੇ ਕਿਉਂਕਿ ਆਮ ਤੌਰ ਤੇ ਸਤਿਗੁਰੂ ਜੀ ਸ਼ਬਦਾਂ ਦੇ ਰੂਪ ਵਿੱਚ
ਅਸ਼ਟਪਦੀਆਂ ਦੇ ਰੂਪ ਦੇ ਵਿੱਚ ਜਾਂ ਸ਼ੰਤਾਂ ਦੇ ਰੂਪ ਦੇ ਵਿੱਚ ਗੁਰਬਾਣੀ ਉਚਾਰਦੇ ਹਨ। ਪਰ ਜਦੋਂ ਸ਼ਬਦ ਸ਼ੰਤ ਅਸ਼ਟਪਦੀਆਂ ਤੋਂ ਹਟ ਕੇ ਕੋਈ ਵਿਸ਼ੇਸ਼ ਨਾਮ ਦੇ ਕੇ ਸਤਿਗੁਰੂ ਜੀ ਬਾਣੀ ਉਚਾਰਦੇ ਨੇ ਤਾਂ ਉਹਦੇ ਲਈ ਆਪਾਂ ਸ਼ਬਦ ਵਰਤ ਸਕਦੇ ਹਾਂ ਕਿ ਇਹ ਸ਼ਬਦਾਂ ਤੋਂ ਹਟ ਕੇ ਸਤਿਗੁਰੂ ਦੀ ਇੱਕ ਵਿਸ਼ੇਸ਼ ਬਾਣੀ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਸੇ ਹੀ ਰਾਗ ਰਾਮਕਲੀ ਵਿੱਚ ਅੱਗੇ ਸਿੱਧ ਗੋਸ਼ਟ ਬਾਣੀ ਵੀ ਉਚਾਰਨ ਕੀਤੀ ਹੈ, ਜਿਹਦੀ ਵਿਚਾਰ ਅੱਗੇ ਚੱਲ ਕੇ ਆਏਗੀ। ਇਸ ਤਰ੍ਹਾਂ ਮਹਾਰਾਜ ਜੀ ਨੇ ਕੁਝ ਵਿਸ਼ੇਸ਼ ਬਾਣੀਆਂ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਨੇ ਮਾਨਵਤਾ ਦੇ ਭਲੇ ਹਿੱਤ ਉਚਾਰਨ ਕੀਤੀਆਂ ਹਨ। ਰਾਗ ਤੁਖਾਰੀ ਵਿੱਚ ਸਤਿਗੁਰੂ ਜੀ ਨੇ 12 ਮਾਹਾ ਵੀ ਉਚਾਰਨ ਕੀਤਾ ਹੈ। ਇਹ ਜੋ ਵਿਸ਼ੇਸ਼ ਬਾਣੀ ਜਿਹਦੀ ਆਪਾਂ ਅੱਜ ਆਰੰਭਤਾ ਕਰ ਰਹੇ ਹਾਂ, ਇਹਦਾ ਨਾਮ ਸਤਿਗੁਰੂ ਜੀ ਨੇ ਦਿੱਤਾ ਹੈ, ਸਰਲੇਖ ਦਿੱਤਾ ਹੈ ਓੰਕਾਰ। ਹਜ਼ੂਰ ਸੱਚੇ ਪਾਤਸ਼ਾਹ ਬਾਣੀ ਨੂੰ ਜੋ ਨਾਮ ਦਿੰਦੇ ਨੇ ਉਹ ਇਸ ਕਾਰਨ ਕਰਕੇ ਹੁੰਦਾ ਹੈ ਕਿਉਂਕਿ ਉਸ ਬਾਣੀ ਵਿੱਚ ਮਹਾਰਾਜ ਉਹਦੇ ਨਾਲ ਸੰਬੰਧਿਤ ਕੋਈ ਵਿਚਾਰ, ਕੋਈ ਗੱਲ ਸਾਨੂੰ ਸਮਝਾ ਰਹੇ ਹੁੰਦੇ ਹਨ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਜੀ ਨੇ ਜਪ ਬਾਣੀ ਉਚਾਰਨ ਕੀਤੀ, ਜਿਹਨੂੰ ਆਪਾਂ ਸਤਿਕਾਰ ਨਾਲ ਜਪਜੀ ਸਾਹਿਬ ਕਹਿੰਦੇ ਹਾਂ। ਹੁਣ ਉਹਦੇ ਵਿੱਚ ਮਹਾਰਾਜ ਜੀ ਨੇ ਇਹ ਸਾਨੂੰ ਸਮਝਾਇਆ ਹੈ, ਇਹ ਉਪਦੇਸ਼ ਦਿੱਤਾ ਹੈ ਕਿ ਮਨੁੱਖ ਨੇ ਜਪ ਕਰਨਾ ਹੈ। ਜਪ ਦਾ ਅਰਥ ਹੋ ਗਿਆ ਸਿਮਰਨ ਕਰਨਾ, ਯਾਦ ਕਰਨਾ। ਕਿਹਨੂੰ ਜਪਣਾ ਹੈ, ਕਿਹਦਾ ਸਿਮਰਨ ਕਰਨਾ ਹੈ, ਉਸ ਨਿਰੰਕਾਰ ਦੀ ਗੱਲ ਮਹਾਰਾਜ ਜੀ ਨੇ ਜਪਜੀ ਸਾਹਿਬ ਦੇ ਵਿੱਚ ਕੀਤੀ ਹੈ। ਉਹਦੇ ਵਿੱਚ ਜਪ ਦੇ ਅਲੱਗ-ਅਲੱਗ ਪਹਿਲੂ ਗੁਰੂ ਸਾਹਿਬ ਨੇ ਸਾਨੂੰ ਸਮਝਾ ਦਿੱਤੇ ਹਨ। ਪਰਮੇਸ਼ਰ ਦਾ ਰੂਪ ਵੀ ਦੱਸਿਆ ਵੀ ਕਿਹੜੇ ਰੱਬ ਨੂੰ, ਕਿਹੜੇ ਵਾਹਿਗੁਰੂ ਜੀ ਨੂੰ ਅਸੀਂ ਜਪਣਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਨੇ ਜਦੋਂ ਪਹਿਰੇ ਸਰਲੇਖ ਦਿੱਤਾ, ਧੰਨ ਗੁਰੂ ਨਾਨਕ ਸਾਹਿਬ ਨੇ ਬਾਣੀ ਨੂੰ ਪਹਿਰੇ ਸਰਲੇਖ ਇਸ ਕਰਕੇ ਦਿੱਤਾ ਹੈ ਕਿਉਂਕਿ ਉਹਦੇ ਵਿੱਚ ਗੱਲ ਮਨੁੱਖ ਦੀ ਜ਼ਿੰਦਗੀ ਦੇ ਪਹਿਰਾਂ ਦੀ ਹੋ ਰਹੀ ਹੈ। ਜਿਵੇਂ ਰਾਤ ਦੇ 4 ਪਹਿਰ ਨੇ, ਤਿਵੇਂ ਸਾਡੀ ਜ਼ਿੰਦਗੀ ਦੀ ਰਾਤ ਦੇ ਵੀ 4 ਪਹਿਰ ਹਨ। ਉਹਨਾਂ ਅਲੱਗ-ਅਲੱਗ ਪਹਿਰਾਂ ਦਾ ਜ਼ਿਕਰ ਕੀਤਾ। ਜਨਮ ਤੋਂ ਪਹਿਲਾਂ ਮਾਂ ਦੇ ਤਨ ਵਿੱਚ ਪਹਿਲਾ ਪਹਿਰ, ਜਨਮ ਤੋਂ ਬਾਅਦ ਬਚਪਨ ਦਾ ਸਮਾਂ ਦੂਜਾ ਪਹਿਰ, ਜਵਾਨੀ ਦਾ ਸਮਾਂ ਸਾਡੀ ਜ਼ਿੰਦਗੀ ਦੀ ਰਾਤ ਦਾ ਤੀਜਾ ਪਹਿਰ, ਬੁਢਾਪਾ ਅਤੇ ਨਾਲ ਹੀ ਮੌਤ ਇਹ ਜ਼ਿੰਦਗੀ ਦੀ ਰਾਤ ਦਾ ਚੌਥਾ ਔਰ ਆਖਰੀ ਪਹਿਰ। ਕਿਉਂਕਿ ਗੱਲ ਉਹਦੇ ਵਿੱਚ ਪਹਿਰਾਂ ਦੀ ਚੱਲ ਰਹੀ, ਇਸ ਕਰਕੇ ਬਾਣੀ ਦਾ ਨਾਮ ਗੁਰੂ ਸਾਹਿਬ ਨੇ ਪਹਿਰੇ ਦੇ ਦਿੱਤਾ ਹੈ। ਰਾਗ ਆਸਾ ਵਿੱਚ ਪੱਟੀ ਬਾਣੀ ਉਚਾਰਨ ਕੀਤੀ। ਉਹਦੇ ਵਿੱਚ ਮਹਾਰਾਜ ਜੀ ਨੇ ਸਮਝਾਇਆ ਕਿ ਮਨੁੱਖ ਨੇ ਕਿਹੜੀ ਫੱਟੀ ਲਿਖਣੀ ਹੈ। ਪੁਰਾਤਨ ਸਮੇਂ ਦੇ ਵਿੱਚ ਜਦੋਂ ਵਿਦਿਆ ਪੜ੍ਹਾਈ ਜਾਂਦੀ ਸੀ, ਐਜੂਕੇਸ਼ਨ ਦਿੱਤੀ ਜਾਂਦੀ ਸੀ, ਤਾਂ ਉਸ ਮੌਕੇ ਤੇ ਸਭ ਤੋਂ ਪਹਿਲਾਂ ਬੱਚੇ ਨੂੰ ਫੱਟੀ ਲਿਖਣੀ ਸਿਖਾਉਂਦੇ ਸਨ। ਹੁਣ ਤਾਂ ਚਲੋ ਸ਼ੁਰੂ ਤੋਂ ਹੀ ਕਾਪੀਆਂ ਤੇ ਪੈਨਸਲਾਂ ਬੱਚਿਆਂ ਦੇ ਹੱਥ ਵਿੱਚ ਆ ਜਾਂਦੀਆਂ ਨੇ, ਪਹਿਲਾਂ ਐਸਾ ਨਹੀਂ ਸੀ। ਲੱਕੜ ਦੀ ਫੱਟੀ, ਉਹਨੂੰ ਪੋਚਾ ਫੇਰ ਕੇ ਸੁਕਾਉਣਾ ਪਹਿਲਾਂ ਧੁੱਪ ਦੇ ਵਿੱਚ, ਫਿਰ ਦੁਆਤ ਵਿੱਚ ਸਿਆਹੀ ਘੋਲ ਕੇ ਤੇ ਕਲਮਾਂ ਦੀ ਸਹਾਇਤਾ ਦੇ ਨਾਲ ਫੱਟੀ ਦੇ ਉੱਪਰ ਲਿਖਣਾ, ਊੜਾ ਐੜਾ ਵਗੈਰਾ ਲਿਖਣਾ ਫੱਟੀ ਦੇ ਉੱਪਰ ਹੀ ਸਿਖਾਇਆ ਜਾਂਦਾ ਸੀ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਜੀ ਉਸੇ ਹੀ ਫੱਟੀ ਦਾ ਜ਼ਿਕਰ ਕਰ ਰਹੇ ਨੇ। ਭਾਵੇਂ ਮਹਾਰਾਜ ਜੀ ਨੇ ਸ਼ਬਦ ਪੱਪੇ ਨਾਲ ਲਿਖਿਆ ਤੇ ਬਾਣੀ ਦਾ ਸਰਲੇਖ ਵੀ ਮਹਾਰਾਜ ਜੀ ਨੇ ਦਿੱਤਾ ਹੈ ਪੱਟੀ ਲਿਖੀ, ਭਾਵ ਕਿ ਜਿਵੇਂ ਫੱਟੀ ਲਿਖਦੇ ਨੇ ਉਸ ਲਿਖਣ ਦੇ ਅਰਥਾਂ ਵਿੱਚ ਹੀ ਹਜ਼ੂਰ ਜੀ ਬਾਣੀ ਦਾ ਸਰਲੇਖ ਵੀ ਦੇ ਰਹੇ ਹਨ। ਤੇ ਉਹਦੇ ਵਿੱਚ ਬਕਾਇਦਾ ਮਹਾਰਾਜ ਜੀ ਨੇ ਊੜੇ ਐੜੇ ਈੜੀ ਸੱਸਾ ਸਭ ਅੱਖਰਾਂ ਦਾ ਜ਼ਿਕਰ ਵੀ ਕੀਤਾ ਹੈ। ਤੇ ਵਰਨਮਾਲਾ ਦੇ ਉਹਨਾਂ ਅੱਖਰਾਂ ਦੇ ਰਾਹੀਂ ਸਤਿਗੁਰੂ ਜੀ ਨੇ ਸਾਨੂੰ ਗੁਰਮਤ ਗਿਆਨ ਜਾਂ ਕਹੀਏ ਗੁਰਮਤ ਉਪਦੇਸ਼ ਦੀ ਦਾਤ ਬਖਸ਼ਿਸ਼ ਕੀਤੀ ਹੈ। ਇਸੇ ਤਰ੍ਹਾਂ ਹਜ਼ੂਰ ਨੇ ਜਦੋਂ 12 ਮਾਹਾ ਬਾਣੀ ਉਚਾਰਨ ਕੀਤੀ, ਧੰਨ ਗੁਰੂ ਨਾਨਕ ਸਾਹਿਬ ਨੇ ਹੁਣ ਸਰਲੇਖ 12 ਮਾਹਾ ਦਿੱਤਾ, ਐਵੇਂ ਥੋੜਾ ਦੇ ਦਿੱਤਾ।
ਤੁਖਾਰੀ ਰਾਗ ਵਿੱਚ ਜੋ ਧੰਨ ਗੁਰੂ ਨਾਨਕ ਸਾਹਿਬ ਨੇ 12 ਮਾਹ ਉਚਾਰਨ ਕੀਤਾ, ਉਹਦੇ ਵਿੱਚ ਹਜ਼ੂਰ 12 ਮਹੀਨਿਆਂ ਦਾ ਜ਼ਿਕਰ ਕਰ ਰਹੇ ਨੇ। ਸਮਝਾਉਣਾ ਤੇ ਮਹਾਰਾਜ ਜੀ ਨੇ ਇਹੀ ਹੈ ਕਿ ਬੇ 10 ਮਾਹ ਰੁੱਤੀ ਥਿੱਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। 12 ਦੇ 12 ਮਹੀਨੇ ਸਫਲ ਨੇ, ਰੁੱਤਾਂ ਸਫਲ ਨੇ, ਸਾਰੇ ਵਾਰ ਸਫਲ ਨੇ। ਕਿਹਨਾਂ ਦੇ? ਜਿਨ੍ਹਾਂ ਤੇ ਨਿਰੰਕਾਰ ਦੀ ਮਿਹਰ ਵਰਤ ਗਈ। ਬੇ 10 ਮਾਹ ਰੁੱਤੀ ਥਿੱਤੀ ਵਾਰ ਭਲੇ, ਘੜੀ ਮੂਰਤ ਪਲ ਸਾਚੇ ਆਏ ਸਹਿਜ ਮਿਲੇ। ਸੱਚ ਨੂੰ ਮਿਲ ਗਏ ਤੇ ਘੜੀਆਂ ਮੂਰਤ ਪਲ ਸਭ ਸਫਲੇ ਹੋ ਜਾਣਗੇ। ਤਾਂ ਕਿਉਂਕਿ ਮਹਾਰਾਜ ਜੀ ਨੇ 12 ਮਹੀਨਿਆਂ ਦਾ ਜ਼ਿਕਰ ਕੀਤਾ, ਚੇਤ ਤੋਂ ਆਰੰਭ ਕੀਤਾ, ਫੱਗਣ ਤੇ ਸੰਪੂਰਨਤਾ ਕੀਤੀ। 12 ਮਹੀਨਿਆਂ ਦਾ ਨਾਮ ਲੈ ਕੇ ਸਿੱਖਿਆ ਦੇ ਰਹੇ ਨੇ, ਤਾਂ ਕਰਕੇ ਬਾਣੀ ਦਾ ਨਾਮ ਦੇ ਦਿੱਤਾ 12 ਮਾਹਾ। ਸਿੱਧ ਗੋਸ਼ਟ ਬਾਣੀ ਨਾਮ ਦਿੱਤਾ ਸਿੱਧ ਗੋਸ਼ਟ, ਕਿਉਂਕਿ ਸਿੱਧਾਂ ਦੇ ਨਾਲ ਗੋਸ਼ਟੀ ਹੋਈ ਹੈ, ਸਿੱਧਾਂ ਦੇ ਨਾਲ ਸਤਿਗੁਰੂ ਦੀ ਵਿਚਾਰ ਚਰਚਾ ਹੋਈ ਹੈ। ਇਸ ਕਰਕੇ ਗੁਰਬਾਣੀ ਦਾ ਸਰਲੇਖ ਵੀ ਦੇ ਦਿੱਤਾ ਸਿੱਧ ਗੋਸ਼ਟ। ਸਰਲੇਖ ਮਹਾਰਾਜ ਜੀ ਉਹ ਦਿੰਦੇ ਨੇ ਜਿਹਦਾ ਸੰਬੰਧ ਗੁਰਬਾਣੀ ਦੇ ਉਪਦੇਸ਼ ਦੇ ਨਾਲ ਹੈ। ਇਸੇ ਤਰ੍ਹਾਂ ਮਹਾਰਾਜ ਜੀ ਨੇ ਇਸ ਬਾਣੀ ਨੂੰ ਸਰਲੇਖ ਦਿੱਤਾ ਓੰਕਾਰ। ਇਹਨੂੰ ਵੀ ਆਪਾਂ ਥੋੜਾ ਜਿਹਾ ਸਮਝ ਲਈਏ। ਇਸ ਕਰਕੇ ਵਿਚਾਰ ਨਾਲ ਦਿੱਤੀ ਜਾਂਦੀ ਹੈ ਗੁਰਬਾਣੀ ਦੇ ਅਰਥ ਕਰਨ ਲੱਗਿਆ, ਤਾਂ ਕਿ ਇੱਕ ਤਾਂ ਸਾਨੂੰ ਵੈਸੇ ਵੀ ਬਾਣੀ ਦੀ ਨੌਲੇਜ ਹੋਣੀ ਚਾਹੀਦੀ ਹੈ, ਦੂਸਰਾ ਗੁਰਬਾਣੀ ਦੀ ਇਸ ਵਿਚਾਰ ਨੂੰ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਚਾਅ ਪੈਦਾ ਹੋਵੇ ਗੁਰਬਾਣੀ ਨੂੰ ਸਮਝਣ ਲਈ। ਗੁਰਬਾਣੀ ਦੀ ਵਿਆਖਿਆ ਕਰਦਿਆਂ ਜਦੋਂ ਗੁਰਬਾਣੀ ਸੰਬੰਧੀ ਇਹ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਉਹਦਾ ਭਾਵ ਕੋਈ ਗਿਆਨ ਦਾ ਪ੍ਰਗਟਾਵਾ ਕਰਨਾ ਨਹੀਂ ਹੁੰਦਾ ਹੈ। ਉਹਦਾ ਭਾਵ ਇਹ ਹੁੰਦਾ ਹੈ ਕਿ ਸੁਣਨ ਵਾਲੇ ਦੇ ਅੰਦਰ ਵੀ ਚਾਅ ਪੈਦਾ ਹੋਵੇ ਵੀ ਸਤਿਗੁਰੂ ਨੇ ਪਾਵਨ ਬਾਣੀ ਦੇ ਵਿੱਚ ਆਹ ਵਿਚਾਰ ਸਾਡੇ ਸਨਮੁਖ ਰੱਖੇ ਨੇ। ਵਿਚਾਰ ਸੁਣਦਿਆਂ ਸੁਣਦਿਆਂ ਸਮਝਦਿਆਂ ਸਮਝਦਿਆਂ ਖੁਦ ਸਾਡੇ ਆਪਣੇ ਮਨ ਦੇ ਵਿੱਚ ਬਾਣੀ ਨੂੰ ਜਾਣਨ ਲਈ ਉਤਸ਼ਾਹ ਪੈਦਾ ਹੋਵੇ। ਇਸ ਕਾਰਨ ਕਰਕੇ ਇਹਦਾ ਜ਼ਿਕਰ ਕਰਨਾ ਜ਼ਰੂਰੀ ਹੁੰਦਾ ਹੈ। ਹੁਣ ਇੱਥੇ ਮਹਾਰਾਜ ਜੀ ਨੇ ਜਿਹੜਾ ਸਰਲੇਖ ਦਿੱਤਾ, ਪਹਿਲਾਂ ਉਹਨੂੰ ਸਮਝਣਾ ਸਾਡੇ ਲਈ ਬੜਾ ਜ਼ਰੂਰੀ ਹੈ। ਹਜ਼ੂਰ ਨੇ ਬਚਨ ਉਚਾਰੇ ਨੇ ਰਾਮਕਲੀ ਮਹਲਾ ਪਹਿਲਾ, ਦੱਖਣੀ ਓੰਕਾਰ। ਫਿਰ ਨਾਲ ਮਹਾਰਾਜ ਜੀ ਨੇ ਮੰਗਲ ਕੀਤਾ ਵਾਹਿਗੁਰੂ ਜੀ ਦਾ, ਇੱਕ ਓੰਕਾਰ ਸਤ ਗੁਰ ਪ੍ਰਸਾਦ। ਰਾਮਕਲੀ ਇਸ ਰਾਗ ਦਾ ਨਾਮ ਹੈ। ਮਹਾਰਾਜ ਜਦੋਂ ਵੀ ਕੋਈ ਸ਼ਬਦ ਆਰੰਭ ਕਰਦੇ ਨੇ, ਉੱਥੇ ਆਪਾਂ ਸਾਰੇ ਜਾਣਦੇ ਹਾਂ ਰਾਗ ਦਾ ਪਹਿਲਾਂ ਨਾਮ ਦਿੰਦੇ ਹਨ। ਗੁਰੂ ਸਾਹਿਬ ਨੇ ਕੋਈ ਸ਼ਬਦ ਲਿਖਣਾ ਹੋਵੇ, ਅਸ਼ਟਪਦੀ ਲਿਖਣੀ ਹੋਵੇ, ਦੋ ਚੀਜ਼ਾਂ ਦਾ ਜ਼ਿਕਰ ਹਮੇਸ਼ਾ ਹੋਏਗਾ, ਇੱਕ ਰਾਗ ਦਾ ਨਾਮ, ਇੱਕ ਗੁਰਬਾਣੀ ਉਚਾਰਨ ਕਰਤੇ ਦਾ ਇਸ਼ਾਰਾ। ਜਿਵੇਂ ਮੰਨ ਲਓ ਕੋਈ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਲਿਖਿਆ ਹੋਵੇਗਾ ਰਾਮਕਲੀ ਮਹਲਾ ਪਹਿਲਾ, ਗੁਰੂ ਅਮਰਦਾਸ ਜੀ ਦਾ ਸ਼ਬਦ ਹੋਏਗਾ ਰਾਮਕਲੀ ਮਹਲਾ ਤੀਜਾ, ਰਾਮਕਲੀ ਮਹਲਾ ਚੌਥਾ, ਰਾਮਕਲੀ ਮਹਲਾ ਪੰਜਵਾਂ। ਇਹ ਦੋ ਚੀਜ਼ਾਂ ਤਾਂ ਹਮੇਸ਼ਾ ਹੀ ਮਿਲਣਗੀਆਂ, ਰਾਗ ਦਾ ਨਾਮ ਤੇ ਗੁਰਬਾਣੀ ਉਚਾਰਨ ਕਰਤੇ ਦਾ ਜ਼ਿਕਰ ਮਿਲੇਗਾ ਕਿ ਕਿੰਨੇ ਬਾਣੀ ਉਚਾਰਨ ਕੀਤੀ। ਉਹਦੇ ਤੋਂ ਬਾਅਦ ਜੇ ਵਿਸ਼ੇਸ਼ ਬਾਣੀ ਹੋਵੇ ਤੇ ਨਾਲ ਮਹਾਰਾਜ ਜੀ ਉਸ ਬਾਣੀ ਦਾ ਨਾਮ ਲਿਖ ਦਿੰਦੇ ਨੇ, ਜਿਵੇਂ ਇੱਥੇ ਲਿਖੇ। ਹੁਣ ਇੱਥੇ ਮਹਾਰਾਜ ਜੀ ਨੇ ਇੱਕ ਹੋਰ ਸ਼ਬਦ ਵਿੱਚ ਲਿਖ ਦਿੱਤਾ ਦੱਖਣੀ। ਰਾਮਕਲੀ ਮਹਲਾ ਪਹਿਲਾ, ਦੱਖਣੀ ਓੰਕਾਰ। ਬਹੁਤੀ ਵਾਰੀ ਇਹਦਾ ਉਚਾਰਨ ਕੀਤਾ ਜਾਂਦਾ ਦੱਖਣੀ ਓੰਕਾਰ। ਹੁਣ ਓੰਕਾਰ ਨੂੰ ਆਪਾਂ ਸਮਝਦੇ ਹਾਂ, ਓੰਕਾਰ ਦਾ ਅਰਥ ਹੈ ਵਾਹਿਗੁਰੂ ਪਰਮੇਸ਼ਰ, ਜਿਹੜਾ ਕਿ ਕੁੱਲ ਕਾਇਨਾਤ ਵਿੱਚ ਵਸਿਆ ਹੋਇਆ ਹੈ। ਓੰਕਾਰ ਇੱਕ ਰਸ, ਕਾਰ ਦਾ ਅਰਥ ਹੁੰਦਾ ਇੱਕ ਰਸ ਲਗਾਤਾਰ। ਓੰਕਾਰ ਦਾ ਅਰਥ ਹੋ ਗਿਆ ਉਹ ਪਰਮੇਸ਼ਰ, ਉਹ ਰੱਬ, ਉਹ ਨਿਰੰਕਾਰ ਜਿਹੜਾ ਹਰ ਕਿਣਕੇ ਵਿੱਚ, ਹਰ ਜ਼ਰਰੇ ਵਿੱਚ ਇੱਕ ਰਸ ਮੌਜੂਦ ਹੈ, ਵਸਿਆ ਹੋਏ। ਪਰ ਨਾਲ ਸ਼ਬਦ ਤਾਂ ਦੱਖਣੀ ਆ ਗਿਆ, ਦੱਖਣੀ ਓੰਕਾਰ। ਹੁਣ ਪਰਮਾਤਮਾ ਨੂੰ ਆਪਾਂ ਦਿਸ਼ਾਵਾਂ ਦੇ ਵਿੱਚ ਤੇ ਨਹੀਂ ਵੰਡ ਸਕਦੇ ਹਨ ਨਾ, ਵੀ ਆਹ ਪੂਰਬੀ ਓੰਕਾਰ ਹੈ, ਇਹ ਪੂਰਬ ਦੇ ਇਲਾਕੇ ਦਾ ਰੱਬ ਹੈ, ਇਹ ਪੱਛਮੀ ਓੰਕਾਰ ਹੈ, ਇਹ ਦੱਖਣੀ ਓੰਕਾਰ ਹੈ। ਹੁਣ ਹਜ਼ੂਰ ਸੱਚੇ ਪਾਤਸ਼ਾਹ ਨੇ ਦੱਖਣੀ ਸ਼ਬਦ ਕਾਹਦੇ ਵਾਸਤੇ ਵਰਤੇ?
ਇਹਨੂੰ ਸਮਝਣਾ ਸਾਡੇ ਲਈ ਜ਼ਰੂਰੀ ਹੈ, ਕਿਉਂਕਿ ਆਪਾਂ ਗੁਰਬਾਣੀ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ ਤੇ ਗੁਰਬਾਣੀ ਵਿੱਚ ਲਿਖੇ ਹੋਏ ਸ਼ਬਦਾਂ ਨੂੰ ਸਮਝੇ ਤੋਂ ਬਿਨਾਂ ਅਸੀਂ ਮਹਾਰਾਜ ਦਾ ਨੁਕਤਾ ਨਹੀਂ ਸਮਝ ਸਕਾਂਗੇ। ਪਹਿਲੀ ਗੱਲ ਇਹ ਸਮਝੀਏ ਕਿ ਮਹਾਰਾਜ ਜੀ ਨੇ ਰਾਗਾਂ ਦੇ ਵੀ ਅਨੇਕ ਰੂਪ ਵਰਤੇ ਨੇ। ਜਿਵੇਂ ਗੌੜੀ ਰਾਗ ਤੁਸੀਂ ਪੜ੍ਹੋ ਤੇ ਰਾਗ ਗੌੜੀ ਵਿੱਚ ਮਹਾਰਾਜ ਜੀ ਨੇ ਗੌੜੀ ਦੀਆਂ ਕਈ ਕਿਸਮਾਂ ਵਰਤੀਆਂ ਨੇ। ਉਹਦੇ ਵਿੱਚ ਗੌੜੀ ਪੂਰਬੀ ਵੀ ਵਰਤਿਆ ਗੁਰੂ ਸਾਹਿਬ ਨੇ, ਗੌੜੀ ਮਾਲਾ ਵਰਤੀ ਹੈ, ਗੌੜੀ ਰਾਗ ਦੀਆਂ ਅਨੇਕ ਕਿਸਮਾਂ ਵਰਤੀਆਂ ਹੋਈਆਂ ਨੇ। ਹਜ਼ੂਰ ਸੱਚੇ ਪਾਤਸ਼ਾਹ ਨੇ ਇਸੇ ਤਰ੍ਹਾਂ ਇੱਥੇ ਰਾਮਕਲੀ ਰਾਗ ਦੀ ਇੱਕ ਕਿਸਮ ਵਰਤੀ ਹੈ, ਰਾਮਕਲੀ ਦੱਖਣੀ। ਇੱਥੇ ਦੱਖਣੀ ਦਾ ਸੰਬੰਧ ਓਅੰਕਾਰ ਦੇ ਨਾਲ ਨਹੀਂ ਹੈ, ਬਲਕਿ ਦੱਖਣੀ ਦਾ ਸੰਬੰਧ ਰਾਮਕਲੀ ਦੇ ਨਾਲ ਹੈ। ਅਸਲ ਵਿੱਚ ਸ਼ਬਦ ਬਣਦਾ ਰਾਮਕਲੀ ਦੱਖਣੀ, ਕਿ ਰਾਮਕਲੀ ਰਾਗ ਦੀ ਉਹ ਕਿਸਮ ਜਿਹੜੀ ਦੱਖਣੀ ਹੈ ਉਹਦੀ ਅਸੀਂ ਇੱਥੇ ਵਰਤੋਂ ਕਰ ਰਹੇ ਹਾਂ। ਤਾਂ ਇਸ ਕਰਕੇ ਜਦੋਂ ਇਹ ਸਿਰਲੇਖ ਆਪਾਂ ਪੜ੍ਹਨਾ ਤੇ ਉਦੋਂ ਵਿਸ਼ਰਾਮ ਦਾ ਥੋੜਾ ਜਿਹਾ ਧਿਆਨ ਦੇਣਾ। ਰਾਮਕਲੀ, ਮਹਲਾ ਪਹਿਲਾ, ਦੱਖਣੀ, ਫਿਰ ਥੋੜਾ ਜਿਹਾ ਵਿਸ਼ਰਾਮ ਦੇ ਕੇ ਓਅੰਕਾਰ, ਤਾਂ ਕਿ ਪਤਾ ਲੱਗ ਸਕੇ ਬਾਣੀ ਦਾ ਨਾਮ ਦੱਖਣੀ ਓਅੰਕਾਰ ਨਹੀਂ, ਬਾਣੀ ਦਾ ਨਾਮ ਓਅੰਕਾਰ ਹੀ ਹੈ। ਦੱਖਣੀ ਦਾ ਸੰਬੰਧ ਰਾਮਕਲੀ ਦੇ ਨਾਲ ਹੈ। ਰਾਮਕਲੀ ਮਹਲਾ ਪਹਿਲਾ, ਦੱਖਣੀ, ਓਅੰਕਾਰ। ਤੇ ਫਿਰ ਮਹਾਰਾਜ ਹਮੇਸ਼ਾ ਦੀ ਤਰ੍ਹਾਂ ਛੋਟੇ ਰੂਪ ਦੇ ਵਿੱਚ ਵਾਹਿਗੁਰੂ ਦਾ ਮੰਗਲ ਕਰ ਰਹੇ ਨੇ। ਇੱਕ ਓਅੰਕਾਰ ਸਤ ਗੁਰ ਪ੍ਰਸਾਦ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਮੰਗਲ ਵਾਰ-ਵਾਰ ਵਰਤਿਆ ਹੈ। ਇਹਨੂੰ ਮੂਲ ਮੰਤਰ ਵੀ ਕਹਿ ਦਿੱਤਾ ਜਾਂਦਾ ਹੈ। ਮੂਲ ਦਾ ਮਤਲਬ ਹੁੰਦਾ ਹੈ ਮੁੱਢ, ਤੇ ਮੰਤਰ ਦਾ ਮਤਲਬ ਹੈ ਉਪਦੇਸ਼, ਸਿੱਖਿਆ। ਮੂਲ ਮੰਤਰ ਦਾ ਅਰਥ ਹੋ ਗਿਆ ਮੁੱਢਲਾ ਉਪਦੇਸ਼, ਜਾਂ ਇੰਜ ਕਹਿ ਇਹਦੇ ਅਰਥ ਕਰ ਲਈਏ ਜੜ ਉਪਦੇਸ਼। ਜੜ ਦਾ ਅਰਥ ਜਿਵੇਂ ਰੁੱਖ ਦੀਆਂ ਜੜ੍ਹਾਂ ਹੁੰਦੀਆਂ ਨੇ, ਜੜ੍ਹਾਂ ਤੋਂ ਬਿਨਾਂ ਤੇ ਟਾਹਣੀਆਂ, ਫੁੱਲ, ਫਲ ਉਹ ਨਹੀਂ ਹੋ ਸਕਣਗੇ। ਜੜ ਉਪਦੇਸ਼ ਦਾ ਅਰਥ ਹੋ ਗਿਆ ਉਹ ਉਪਦੇਸ਼ ਜਿਹੜਾ ਸਾਨੂੰ ਸਾਡੀ ਜੜ ਦੇ ਬਾਰੇ, ਸਾਡੇ ਮੂਲ ਦੇ ਬਾਰੇ ਸਮਝਾਉਂਦਾ ਹੈ। ਮੂਲ ਦਾ ਅਰਥ ਮੁੱਢ ਹੀ ਹੋ ਗਿਆ ਨਾ, ਸ਼ੁਰੂਆਤ, ਆਰੰਭਤਾ। ਮੂਲ ਮੰਤਰ ਦਾ ਅਰਥ ਹੋ ਗਿਆ ਮੁੱਢਲਾ ਉਪਦੇਸ਼, ਮੁੱਢ ਵਾਲਾ ਉਪਦੇਸ਼, ਜੜ੍ਹਾਂ ਦੇ ਨਾਲ ਜਿਹੜਾ ਸਾਨੂੰ ਜੋੜਦਾ ਹੈ। ਤੇ ਸੰਸਾਰ ਦਾ ਮੁੱਢ ਕੀ ਹੈ? ਨਿਰੰਕਾਰ ਵਾਹਿਗੁਰੂ ਪਰਮੇਸ਼ਰ। ਇਸ ਕਾਰਨ ਕਰਕੇ ਇਹ ਸਮਝ ਲਓ ਸਿੱਖੀ ਰੂਪੀ ਬੂਟੇ ਦੀਆਂ ਜੜ੍ਹਾਂ ਹਨ। ਜਿਵੇਂ ਜੜ੍ਹਾਂ ਥੱਲੇ ਹੁੰਦੀਆਂ ਨੇ ਤੇ ਉਹਨਾਂ ਜੜ੍ਹਾਂ ਦੀ ਸਹਾਇਤਾ ਦੇ ਨਾਲ ਰੁੱਖ ਜਿਹੜਾ ਫਿਰ ਅੱਗੇ ਵੱਧਦਾ ਹੈ। ਜੇ ਜੜ੍ਹਾਂ ਨਹੀਂ ਹੋਣਗੀਆਂ ਤੇ ਫਿਰ ਬੂਟਾ ਨਹੀਂ ਹੋਏਗਾ। ਤਾਂ ਮਹਾਰਾਜ ਜੀ ਨੇ ਇਹ ਜੜ੍ਹਾਂ ਦੇ ਤੌਰ ਤੇ ਕਹਿ ਲਓ ਸਾਡਾ ਮੁੱਢ ਹੈ, ਸਾਡੀ ਸ਼ੁਰੂਆਤ ਹੈ। ਜੋ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਅੱਗੇ ਵਿਆਖਿਆ ਕਰਨੀ ਹੈ ਉਹ ਮਹਾਰਾਜ ਸੱਚੇ ਪਾਤਸ਼ਾਹ ਤਤ ਰੂਪ ਦੇ ਵਿੱਚ ਮੂਲ ਮੰਤਰ ਸਾਨੂੰ ਗੱਲ ਸਮਝਾ ਦਿੰਦੇ ਨੇ। ਇਹਨੂੰ ਮੰਗਲ ਵੀ ਕਿਹਾ ਜਾਂਦਾ ਹੈ। ਜਿਵੇਂ ਪੁਰਾਤਨ ਸਮੇਂ ਵਿੱਚ ਹਰ ਇੱਕ ਕਵੀ, ਕਵਿਤਾ ਉਚਾਰਨ ਕਰਨ ਵਾਲਾ, ਕਿਸੇ ਕਵੀ ਨੇ ਕੋਈ ਕਵਿਤਾ ਲਿਖਣੀ ਹੁੰਦੀ ਸੀ, ਕੋਈ ਸਮਝ ਲਓ ਕੋਈ ਪੁਸਤਕ ਲਿਖਣੀ ਹੈ ਜਾਂ ਕੋਈ ਵੱਡੀ ਕਵਿਤਾ ਲਿਖਣੀ ਹੈ, ਉਹ ਲਿਖਣ ਤੋਂ ਪਹਿਲਾਂ ਆਪਣੇ ਇਸ਼ਟ, ਆਪਣੇ ਰੱਬ, ਆਪਣੇ ਗੁਰੂ ਜਾਂ ਆਪਣੀ ਦੇਵੀ ਜਾਂ ਦੇਵਤੇ ਨੂੰ ਧਿਆਉਂਦਾ ਸੀ। ਜੇ ਕੋਈ ਦੇਵੀ ਦਾ ਪੁਜਾਰੀ ਹੈ ਤੇ ਲਿਖਤ ਲਿਖਣ ਲੱਗਿਆ ਸਭ ਤੋਂ ਪਹਿਲਾਂ ਦੇਵੀ ਦੀ ਪੂਜਾ ਦੀ ਗੱਲ ਕਰੇਗਾ, ਦੇਵੀ ਦੇ ਗੁਣ ਗਾਏਗਾ। ਜੇ ਕੋਈ ਕਿਸੇ ਦੇਵਤੇ ਦਾ ਪੁਜਾਰੀ ਹੈ ਤੇ ਫਿਰ ਉਹਦੀ ਸ਼ੋਭਾ ਕਰੇਗਾ। ਜੇ ਕੋਈ ਕਿਸੇ ਅਵਤਾਰ ਦਾ ਪੁਜਾਰੀ ਹੈ ਤੇ ਉਹਦੀ ਵਡਿਆਈ ਕਰੇਗਾ। ਤਾਂ ਜਿਸ ਨੂੰ ਵੀ ਉਹ ਮੰਨਣ ਵਾਲਾ ਹੈ ਉਹ ਸਭ ਤੋਂ ਪਹਿਲਾਂ ਆਰੰਭਤਾ ਕਰਨ ਲੱਗਿਆ ਉਹਦੀ ਪੂਜਾ ਕਰੇਗਾ। ਤੇ ਗੁਰੂ ਸਾਹਿਬ ਨੇ ਕਿਉਂਕਿ ਅੰਮ੍ਰਿਤ ਗੁਰਬਾਣੀ ਉਚਾਰਨ ਕਰਨੀ ਹੈ ਤੇ ਹਜ਼ੂਰ ਵੀ ਜਦੋਂ ਬਾਣੀ ਉਚਾਰਦੇ ਨੇ ਜਾਂ ਬਾਣੀ ਲਿਖਦੇ ਨੇ ਉਹ ਆਪਣੇ ਇਸ਼ਟ ਦਾ ਮੰਗਲ ਕਰਦੇ ਹਨ, ਉਹਦੇ ਮਿਲਾਪ ਦਾ ਗੀਤ ਗਾਉਂਦੇ ਨੇ, ਉਹਦੇ ਗੁਣ ਗਾਉਂਦੇ ਨੇ ਸਤਿਗੁਰੂ ਜੀ। ਮੂਲ ਮੰਤਰ ਕੀ ਹੈ? ਪਰਮੇਸ਼ਰ ਦੀ ਵਡਿਆਈ, ਵਾਹਿਗੁਰੂ ਦੀ ਸ਼ੋਭਾ, ਇੱਕ ਓਅੰਕਾਰ ਤੋਂ ਸ਼ੁਰੂ ਕਰਕੇ ਤੇ ਗੁਰ ਪ੍ਰਸਾਦ ਤੱਕ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ 567 ਵਾਰ ਮਹਾਰਾਜ ਜੀ ਨੇ ਮੰਗਲ ਕੀਤਾ ਹੈ, ਜਿਹਦੇ 4 ਅਲੱਗ-ਅਲੱਗ ਰੂਪ ਵੀ ਸਾਨੂੰ ਮਿਲਦੇ ਹਨ। ਤੇ ਜਿਹੜਾ ਛੋਟੇ ਰੂਪ ਦੇ ਵਿੱਚ ਮੰਗਲ ਹੈ ਇਹ 524 ਵਾਰ ਹੈ। ਇੱਕ ਓਅੰਕਾਰ, ਸਤ ਗੁਰ ਪ੍ਰਸਾਦ, ਕੁੱਲ 524 ਵਾਰ ਗੁਰੂ ਜੀ ਨੇ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਛੋਟੇ ਰੂਪ ਦੇ ਵਿੱਚ ਲਿਖਿਆ ਹੈ।
ਪਰ ਸ਼ੁਰੂਆਤ ਇੱਕ ਤੋਂ ਹੀ ਕੀਤੀ ਹੈ ਤੇ ਸਮਾਪਤੀ ਗੁਰਪ੍ਰਸਾਦ ਤੇ ਕੀਤੀ। ਇਹਦੇ ਭਾਵ ਨੇ ਇੱਕ ਓੰਕਾਰ ਵਾਹਿਗੁਰੂ ਪਰਮੇਸ਼ਰ ਜੀ ਇੱਕ ਹਨ, ਨਿਰੰਕਾਰ ਇੱਕ ਹੀ ਹੈ, ਜ਼ਿਆਦੇ ਨਹੀਂ ਹਨ। ਲੋਕ ਭਾਵੇਂ 33 ਕਰੋੜ ਦੀ ਪੂਜਾ ਕਰਨ, ਪਰ ਗੁਰੂ ਜੀ ਕਹਿੰਦੇ ਸੰਸਾਰ ਦਾ ਪੈਦਾ ਕਰਨ ਵਾਲਾ, ਸੰਸਾਰ ਦਾ ਰਿਜ਼ਕ ਦਾਤਾ ਤੇ ਦੁਨੀਆ ਦਾ ਖਹਿ ਕਰਤਾ ਕੇਵਲ ਇੱਕ ਵਾਹਿਗੁਰੂ ਹੈ। ਤਾਂ ਕਰਕੇ ਉਹ ਗੱਲ ਏਕੇ ਦੀ ਕਰ ਰਹੇ ਨੇ। ਤੇ ਮਹਾਰਾਜ ਜੀ ਨੇ ਈੜੀ ਨੂੰ ਸਿਹਾਰੀ ਕੱਕਾ ਇੱਕ ਨਹੀਂ ਇੱਥੇ ਲਿਖਿਆ, ਹਾਲਾਂਕਿ ਬਾਣੀ ਵਿੱਚ ਤੁਹਾਨੂੰ ਈੜੀ ਨੂੰ ਸਿਹਾਰੀ ਕੱਕਾ ਇੱਕ ਔਂਕੜ ਨਾਲ ਵੀ ਮਿਲੇਗਾ, ਈੜੀ ਨੂੰ ਸਿਹਾਰੀ ਕੱਕੇ ਨੂੰ ਸਿਹਾਰੀ ਇੱਕ ਵੀ ਮਿਲੇਗਾ। ਉਹ ਵੀ ਵਿਆਕਰਣ ਦੇ ਹਿਸਾਬ ਨਾਲ ਅਲੱਗ-ਅਲੱਗ ਅਰਥ ਨੇ। ਪਰ ਗੁਰੂ ਜੀ ਚਾਹੁੰਦੇ ਤਾਂ ਇੱਥੇ ਵੀ ਇੱਕ ਲਿਖ ਸਕਦੇ ਸੀ, ਪਰ ਇੱਥੇ ਮਹਾਰਾਜ ਜੀ ਨੇ ਗਿਣਤੀ ਵਾਲਾ ਏਕਾ ਪਾਇਆ ਹੈ, ਕਿਉਂਕਿ ਗੁਰੂ ਜੀ ਇਸ ਗੱਲ ਨੂੰ ਜਾਣਦੇ ਨੇ ਚੰਗੀ ਤਰ੍ਹਾਂ ਕਿ ਵਿਆਖਿਆ ਕਰਨ ਵਾਲਿਆਂ ਨੇ ਆਪਣੇ ਆਪਣੇ ਢੰਗ ਦੀ ਵਿਆਖਿਆ ਕਰਨੀ ਹੈ, ਕਿਤੇ ਉਸ ਇੱਕ ਦੀ ਵਿਆਖਿਆ ਵੀ ਵੱਖਰੀ ਵੱਖਰੀ ਨਾ ਕਰਨੀ ਸ਼ੁਰੂ ਕਰ ਦੇਣ। ਜਿਵੇਂ ਓਮ ਦੇ ਅਰਥ ਲੋਕਾਂ ਨੇ 3 ਦੇਵਤੇ ਬਣਾ ਲਿਆ। ਓਮ ਵੀ 3 ਦੇਵਤਿਆਂ ਦਾ ਪ੍ਰਤੀਕ ਹੈ, ਇੱਕ ਪੈਦਾ ਕਰਨ ਵਾਲਾ ਬ੍ਰਹਮਾ, ਇੱਕ ਰਿਜ਼ਕ ਦੇਣ ਵਾਲਾ ਵਿਸ਼ਨੂੰ, ਇੱਕ ਮਾਰਨ ਵਾਲਾ ਸ਼ਿਵ। ਲੋਕਾਂ ਨੇ ਓਮ ਦੇ ਅਰਥ 3 ਦੇ ਰੂਪ ਦੇ ਵਿੱਚ ਕਰ ਲਏ। ਹਜ਼ੂਰ ਇਸ ਗੱਲ ਨੂੰ ਜਾਣਦੇ ਨੇ ਕਿ ਜੇ ਉਂਝ ਇੱਕ ਲਿਖਿਆ ਤੇ ਲੋਕਾਂ ਨੇ ਅਰਥ ਵੱਖਰੇ ਵੱਖਰੇ ਕੱਢਣ ਲੱਗ ਪੈਣਾ, ਵੀ ਸਿਹਾਰੀ ਦਾ ਅਰਥ ਆਹ ਬਣਦਾ ਹੈ, ਈੜੀ ਦਾ ਅਰਥ ਆਹ ਬਣਦਾ ਹੈ, ਕੱਕੇ ਦਾ ਅਰਥ ਆਹ ਬਣਦਾ ਹੈ। ਮਹਾਰਾਜ ਨੇ ਤਾਂ ਕਰਕੇ ਗਿਣਤੀ ਵਾਲਾ ਏਕਾ ਪਾਤਾ। ਹੁਣ ਏਕੇ ਦਾ ਅਰਥ ਇੱਕ ਹੀ ਹੋਏਗਾ। ਜਦ ਗਿਣਤੀ ਵਾਲਾ ਹੀ ਏਕਾ ਆ ਗਿਆ, ਉਹਦੇ ਤਾਂ ਅਰਥ ਵੱਖਰੇ ਹੋ ਹੀ ਨਹੀਂ ਸਕਣਗੇ। ਇੱਕ ਦਾ ਅਰਥ ਨਿਰੋਲ ਇੱਕ ਹੀ ਰਹੇਗਾ ਕਿ ਵਾਹਿਗੁਰੂ ਪਰਮੇਸ਼ਰ ਇੱਕ ਹੀ ਹੈ। ਉਹਨੂੰ ਤੁਸੀਂ ਵੰਡਣ ਦਾ ਯਤਨ ਨਹੀਂ ਕਰ ਸਕਦੇ ਵੀ ਪੈਦਾ ਕਿਸੇ ਹੋਰ ਨੇ ਕੀਤਾ ਹੈ, ਰੋਟੀ ਕੋਈ ਹੋਰ ਦੇਏਗਾ, ਮਾਰੇਗਾ ਕੋਈ ਹੋਰ। ਇਹ ਪੈਦਾ ਕਰਨ ਵਾਲਾ ਵੀ ਆਪ ਹੈ, ਰਿਜ਼ਕ ਵੀ ਆਪ ਹੀ ਦਿੰਦਾ ਹੈ ਤੇ ਮੌਤ ਦੇਣ ਵਾਲਾ ਵੀ ਆਪ ਹੀ ਹੈ। ਸਾਰੇ ਕੰਮ ਇੱਕ ਹੀ ਕਰ ਰਿਹਾ ਹੈ। ਇੱਕ ਓੰਕਾਰ, ਓੰਕਾਰ ਦਾ ਅਰਥ ਹੈ ਉਹ ਰੱਬ ਜਿਹੜਾ ਸੰਸਾਰ ਵਿੱਚ ਵਿਆਪਕ ਹੈ, ਉੱਚਿਆਂ 'ਚ, ਨੀਵਿਆਂ 'ਚ, ਵੱਡਿਆਂ 'ਚ, ਛੋਟਿਆਂ 'ਚ, ਜਲ ਵਿੱਚ, ਥਲ ਵਿੱਚ, ਮਹੀਲ ਵਿੱਚ, ਪਹਾੜਾਂ ਵਿੱਚ, ਰੁੱਖਾਂ ਵਿੱਚ, ਬਿਰਖਾਂ 'ਚ, ਹਵਾਵਾਂ ਦੇ ਵਿੱਚ, ਸਭ ਥਾਵਾਂ ਤੇ ਇੱਕ ਆਪ ਹੈ। ਇੱਕ ਓੰਕਾਰ। ਅੱਗੇ ਮਹਾਰਾਜ ਜੀ ਨੇ ਲਿਖਿਆ ਜੀ ਸਤ। ਸਤ ਦਾ ਅਰਥ ਹੈ ਹਮੇਸ਼ਾ ਰਹਿਣ ਵਾਲਾ, ਜਿਹਨੇ ਸਦੀਵ ਕਾਲ ਰਹਿਣਾ ਹੈ, ਜਿਹਨੇ ਹਮੇਸ਼ਾ ਹੀ ਸੰਸਾਰ ਵਿੱਚ ਵਰਤਣਾ ਹੈ। ਔਰ ਯਾਦ ਰੱਖੀਏ, ਇਹ ਛੋਟੇ ਰੂਪ ਦੇ ਵਿੱਚ ਮੰਗਲ, ਵੱਡੇ ਰੂਪ ਦੇ ਵਿੱਚ ਮੰਗਲ ਦਾ ਹੀ ਛੋਟਾ ਸਵਰੂਪ ਹੈ। ਉੱਥੇ ਵੀ ਮਹਾਰਾਜ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇੰਜ ਲਿਖਦੇ ਨੇ। ਉਨੀ ਮਹਾਰਾਜ ਜੀ ਨੇ ਸੰਕੋਚਿਆ ਹੈ ਤੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਕਰ ਦਿੱਤਾ ਹੈ। ਅਕਸਰ ਆਪਾਂ ਇਹਦਾ ਪਾਠ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਨੇ ਆ, ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਹੱਥ ਬੰਨ੍ਹ ਕੇ, ਵੱਡੇ ਰੂਪ ਦੇ ਵਿੱਚ ਜਦੋਂ ਮੂਲ ਮੰਤਰ ਮਹਾਰਾਜ ਉਚਾਰਦੇ ਨੇ ਉੱਥੇ ਸਤਿਗੁਰ ਪ੍ਰਸਾਦ ਨਹੀਂ ਲਿਖਦੇ, ਉੱਥੇ ਗੁਰ ਪ੍ਰਸਾਦ ਲਿਖਦੇ ਨੇ। ਅਸਲ ਵਿੱਚ ਇੱਕ ਓੰਕਾਰ ਸਤ, ਸਤ ਨਾਮ ਦਾ ਹੀ ਛੋਟਾ ਰੂਪ ਹੈ ਸਤ। ਜਦੋਂ ਮਹਾਰਾਜ ਵੱਡੇ ਰੂਪ ਦੇ ਵਿੱਚ ਮੰਗਲ ਕਰਦੇ ਨੇ, ਇੱਕ ਓੰਕਾਰ ਸਤਿਨਾਮ ਲਿਖਦੇ ਨੇ। ਇੱਥੇ ਮਹਾਰਾਜ ਜੀ ਨੇ ਨਾਮ ਦੀ ਥਾਂ ਤੇ ਇਕੱਲਾ ਸਤ ਸ਼ਬਦ ਲਿਖ ਦਿੱਤਾ ਹੈ। ਪਿਛਲਾ ਗੁਰਪ੍ਰਸਾਦ ਜਿਉਂਦਾ ਤਿਉਂ ਰੱਖਿਆ ਹੈ। ਇਸ ਕਰਕੇ ਜਦੋਂ ਅਸੀਂ ਮੂਲ ਮੰਤਰ ਦਾ ਸਵਰੂਪ ਵੇਖਾਂਗੇ, ਹੁਣ ਇਹ ਨਹੀਂ ਕਿ ਆਪਾਂ ਕੋਈ ਗਿਆਨ ਝਾੜਨ ਦੀ ਗੱਲ ਕਰ ਰਹੇ ਹਾਂ, ਪਰ ਇਹ ਮੂਲ ਮੰਤਰ ਦੇ ਵਿੱਚੋਂ ਹੀ ਵੇਖਣ ਦਾ ਯਤਨ ਕਰੀਏ ਤੇ ਗੱਲ ਸਮਝ ਵਿੱਚ ਪਏਗੀ ਕਿ ਇਹਦਾ ਪਾਠ ਇੰਜ ਕਰਨਾ ਜ਼ਿਆਦਾ ਠੀਕ ਰਹੇਗਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਉਹ ਪਰਮਾਤਮਾ ਜਿਹੜਾ ਇੱਕ ਹੈ, ਉਹ ਵਾਹਿਗੁਰੂ ਜਿਹੜਾ ਸਾਰੇ ਸੰਸਾਰ 'ਚ ਵਿਆਪਕ ਹੈ, ਉਹੀ ਪਰਮਾਤਮਾ ਸੱਚ ਵੀ ਹੈ। ਇੱਕ ਓੰਕਾਰ ਸਤ ਗੁਰ ਪ੍ਰਸਾਦ ਮਿਲਦਾ ਕਿਵੇਂ ਹੈ? ਗੁਰੂ ਦੇ ਪ੍ਰਸਾਦ ਨਾਲ, ਗੁਰੂ ਕਿਰਪਾ ਨਾਲ, ਗੁਰੂ ਉਪਦੇਸ਼ ਨਾਲ। ਜਦੋਂ ਸਤਿਗੁਰੂ ਦੇ ਹੁਕਮ ਨੂੰ ਸਮਝਣਾ ਸ਼ੁਰੂ ਕਰ ਦਈਏ, ਇਹ ਮਹਾਰਾਜ ਜੀ ਨੇ ਸਿਰਲੇਖ ਦਿੱਤਾ ਹੈ ਤੇ ਇਹਦੇ ਤੋਂ ਬਾਅਦ ਫਿਰ ਸਤਿਗੁਰੂ ਜੀ ਨੇ ਇਹ ਪਾਵਨ ਬਾਣੀ ਉਚਾਰਨ ਕੀਤੀ। ਇਸ ਪਾਵਨ ਬਾਣੀ ਦੀਆਂ ਰਹਾਉ ਦੀਆਂ ਤੁਕਾਂ ਨੂੰ ਪਹਿਲਾਂ ਆਪਾਂ ਸਮਝੀਏ, ਕਿਉਂਕਿ ਰਹਾਉ ਦੇ ਵਿੱਚ ਸਤਿਗੁਰੂ ਜੀ ਮੁੱਖ ਭਾਵ ਬਾਣੀ ਦਾ ਪਹਿਲਾਂ ਸਾਨੂੰ ਸਮਝਾ ਦਿੰਦੇ ਨੇ ਤੇ ਉਹਦੇ ਤੋਂ ਬਾਅਦ ਸਤਿਗੁਰੂ ਜੀ ਫਿਰ ਉਹਦੀ ਵਿਆਖਿਆ ਅਗਾਂਹ ਕਰਦੇ ਹਨ। ਤੇ ਆਪ ਨੂੰ ਪਤਾ ਹੋਏਗਾ
ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਸਤਿਗੁਰੂ ਜੀ ਨੇ ਸ਼ਬਦਾਂ ਅਸ਼ਟਪਦੀਆਂ ਵਿੱਚ ਅਕਸਰ ਹੀ ਰਹਾਉ ਵਰਤਿਆ ਹੈ, ਤੇ ਜਿਹੜੀਆਂ ਲੰਮੇਰੀਆਂ ਬਾਣੀਆਂ ਸਤਿਗੁਰੂ ਨੇ ਉਚਾਰਨ ਕੀਤੀਆਂ ਨੇ ਤਕਰੀਬਨ ਉਹਨਾਂ ਦੇ ਵਿੱਚ ਵੀ ਸਾਨੂੰ ਰਹਾਉ ਮਿਲੇਗਾ। ਹੁਣ ਸੁਖਮਨੀ ਸਾਹਿਬ ਪੜ੍ਹੋ, ਰਹਾਉ ਦੀਆਂ ਤੁਕਾਂ ਉਹਦੇ ਵਿੱਚ ਵੀ ਹਨ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ। ਸਮਝਾਉਣਾ ਤੇ ਮਹਾਰਾਜ ਬਾਣੀ ਵਿੱਚ ਇਹੀ ਚਾਹੁੰਦੇ ਨੇ ਨਾ ਕਿ ਸੁੱਖ ਦੇਣ ਦੀ ਜਿਹੜੀ ਦਾਤ ਹੈ ਉਹ ਨਿਰੰਕਾਰ ਦੇ ਨਾਮ ਦੇ ਵਿੱਚ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸ਼ਰਾਮ। ਭਗਤ ਜਨਾ ਦੇ ਮਨ ਨੂੰ ਵਿਸ਼ਰਾਮ ਟਿਕਾ ਵੀ ਇਸੇ ਕਰਕੇ ਮਿਲੇ ਕਿਉਂਕਿ ਭਗਤ ਜਨ ਉਸ ਨਾਮ ਦੇ ਨਾਲ ਜੁੜੇ ਹੋਏ ਨੇ। ਪੂਰੀ ਬਾਣੀ ਦਾ ਤਤ ਭਾਵ ਗੁਰੂ ਅਰਜਨ ਸਾਹਿਬ ਨੇ ਉਹਨਾਂ ਦੋ ਤੁਕਾਂ ਦੇ ਵਿੱਚ ਦੱਸ ਦਿੱਤਾ ਹੈ। ਹੁਣ ਬਾਕੀ ਬਾਣੀ ਵਿੱਚ ਇਹਦੀ ਵਿਆਖਿਆ ਕੀਤੀ, ਨਾਮ ਦੇ ਅਲੱਗ-ਅਲੱਗ ਪਹਿਲੂ ਗੁਰੂ ਸਾਹਿਬ ਨੇ ਉਹਦੇ ਵਿੱਚ ਸਮਝਾ ਦਿੱਤੇ ਨੇ। ਉਸ ਨਾਮ ਦੇ ਸਹਾਰੇ ਤੇ ਸੰਸਾਰ ਟਿਕਿਆ, ਨਾਮ ਆਰਾਧਨਾ ਕਿਵੇਂ ਹੈ, ਨਾਮ ਨਾਲ ਜੁੜੇ ਹੋਏ ਸੰਤ ਹੁੰਦੇ ਨੇ, ਸਾਧੂ ਹੁੰਦੇ ਨੇ, ਗੁਰਮੁਖ ਜਨ ਹੁੰਦੇ ਨੇ, ਉਹਦੀ ਵਿਆਖਿਆ ਤੁਹਾਨੂੰ ਸਾਰੀ ਬਾਣੀ ਵਿੱਚ ਮਿਲੇਗੀ। ਇਸੇ ਤਰ੍ਹਾਂ ਮਹਾਰਾਜ ਜੀ ਨੇ ਬਾਕੀ ਬਾਣੀਆਂ ਵਿੱਚ ਵੀ ਰਹਾਉ ਦੀਆਂ ਤੁਕਾਂ ਲਿਖੀਆਂ ਨੇ, ਤੇ ਜਿਹੜੀ ਆਪਾਂ ਬਾਣੀ ਓਅੰਕਾਰ ਵਿਚਾਰ ਰਹੇ ਹਾਂ ਇਹਦੇ ਵਿੱਚ ਵੀ ਮਹਾਰਾਜ ਜੀ ਨੇ ਦੋ ਤੁਕਾਂ ਰਹਾਉ ਦੀਆਂ ਲਿਖੀਆਂ ਨੇ। ਇਹਨਾਂ ਨੂੰ ਆਪਾਂ ਸਮਝ ਲਈਏ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਸੁਣ ਪਾਂਡੇ ਦਾ ਅਰਥ ਹੈ ਇਹ ਪੰਡਤ ਜੀ ਸਾਡੀ ਗੱਲ ਧਿਆਨ ਦੇ ਨਾਲ ਸੁਣੋ। ਹੁਣ ਇਹ ਤੋਂ ਪਤਾ ਲੱਗ ਗਿਆ ਵੀ ਸਤਿਗੁਰੂ ਕਿਸੇ ਪੰਡਤ ਜੀ ਦੇ ਨਾਲ ਵਿਚਾਰ ਕਰ ਰਹੇ ਨੇ, ਤੇ ਹੁਣ ਇੱਥੇ ਪੰਡਤ ਦਾ ਅਰਥ ਮਹਾਰਾਜ ਕਿਸੇ ਵਿਸ਼ੇਸ਼ ਜਾਤੀ ਦੀ ਗੱਲ ਥੋੜਾ ਕਰ ਰਹੇ ਨੇ। ਪੰਡਤ ਦਾ ਅਰਥ ਹੁੰਦਾ ਜੀ ਵਿਦਵਾਨ। ਵਿਦਵਾਨ ਨੂੰ ਹੀ ਪੰਡਤ, ਜਿਹੜਾ ਗ੍ਰੰਥ ਵਗੈਰਾ ਪੜ੍ਹਿਆ ਹੋਇਆ, ਜਿਹਨੇ ਚੰਗਾ ਗਿਆਨ ਇਕੱਠਾ ਕੀਤਾ ਹੋਏ, ਉਹਨੂੰ ਪੰਡਤ ਕਹਿੰਦੇ ਨੇ। ਬਕਾਇਦਾ ਪੁਰਾਤਨ ਸਮੇਂ ਦੇ ਵਿੱਚ ਪੰਡਤ ਇੱਕ ਡਿਗਰੀ ਦਾ ਨਾਮ ਸੀ। ਜਿਵੇਂ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਜੇ ਕੋਈ ਕੋਰਸ ਕਰ ਲਵੇ ਉਹਦੇ ਨਾਮ ਦੇ ਨਾਲ ਸ਼ਬਦ ਲੱਗ ਜਾਏਗਾ। ਪ੍ਰੋਫੈਸਰ ਦੀ ਪੜ੍ਹਾਈ ਕਰ ਲਈ ਤੇ ਨਾਮ ਦੇ ਨਾਲ ਪ੍ਰੋਫੈਸਰ ਲੱਗ ਗਿਆ। ਵਕਾਲਤ ਦੀ ਡਿਗਰੀ ਕਰ ਲਈ ਤੇ ਨਾਮ ਦੇ ਨਾਲ ਐਡਵੋਕੇਟ ਲੱਗ ਗਿਆ। PhD ਕਰ ਲਈ ਤੇ ਨਾਮ ਦੇ ਨਾਲ ਡਾਕਟਰ ਲੱਗ ਗਿਆ। ਇਸ ਤਰ੍ਹਾਂ ਨਾਮ ਦੇ ਨਾਲ ਸ਼ਬਦ ਲੱਗ ਜਾਂਦੇ। ਇਸੇ ਤਰ੍ਹਾਂ ਜਿਹੜਾ ਉਹ ਵਿਦਵਾਨੀ ਵਾਲੀ ਡਿਗਰੀ ਹਾਸਲ ਕਰ ਲੈਂਦਾ ਸੀ ਉਹਨੂੰ ਪੰਡਤ ਜੀ ਕਹਿੰਦੇ ਸਨ। ਤੇ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਜ਼ਿਆਦਾਤਰ ਵਿੱਦਿਆ ਪੜ੍ਹਨ ਦਾ ਹੱਕ ਬ੍ਰਾਹਮਣ ਨੂੰ ਹੀ ਦਿੱਤਾ ਗਿਆ ਸੀ। ਸ਼ੂਦਰਾਂ ਨੂੰ ਤੇ ਕਹਿੰਦੇ ਸਨ ਤੁਹਾਨੂੰ ਤੇ ਪੜ੍ਹਨ ਦਾ ਹੱਕ ਹੀ ਕੋਈ ਨਹੀਂ। ਇਸ ਕਾਰਨ ਕਰਕੇ, ਕਿਉਂਕਿ ਜ਼ਿਆਦਾਤਰ ਪੜ੍ਹਾਈ ਦਾ ਹੱਕ ਬ੍ਰਾਹਮਣ ਦੇ ਕੋਲ ਸੀ, ਇਸ ਕਾਰਨ ਕਰਕੇ ਪੰਡਤ ਵੀ ਜ਼ਿਆਦਾਤਰ ਬ੍ਰਾਹਮਣਾਂ ਦੇ ਵਿੱਚੋਂ ਹੁੰਦੇ ਸਨ। ਇਹਦਾ ਭਾਵ ਇਹ ਨਹੀਂ ਵੀ ਆਪਾਂ ਕੋਈ ਜਾਤ ਪਾਤ ਦੇ ਫਰਕ ਦੀ ਗੱਲ ਕਰ ਰਹੇ ਹਾਂ, ਸਿਰਫ ਗੱਲ ਨੂੰ ਸਮਝਣ ਦਾ ਯਤਨ ਕਰ ਰਹੇ ਹਾਂ। ਤੇ ਹੁਣ ਐਸੇ ਵਿਦਵਾਨਾਂ ਦੇ ਨਾਲ ਸਤਿਗੁਰੂ ਦੀ ਬੜੀ ਵਾਰੀ ਵਿਚਾਰ ਚਰਚਾ ਹੋਈ ਹੈ। ਗੁਰੂ ਸਾਹਿਬ ਦੀ ਚਰਚਾ ਬ੍ਰਾਹਮਣ ਦੇ ਨਾਲ ਵੀ ਹੋਈ ਹੈ, ਕਾਜ਼ੀ ਨਾਲ ਵੀ ਹੋਈ ਹੈ, ਜੋਗੀ ਦੇ ਨਾਲ ਵੀ ਹੋਈ ਹੈ, ਜੈਨੀ ਸਾਧੂਆਂ ਦੇ ਨਾਲ ਵੀ ਸਤਿਗੁਰੂ ਦੀ ਵਿਚਾਰ ਚਰਚਾ ਹੋਈ। ਹਰ ਧਰਮ, ਹਰ ਖੇਤਰ ਦੇ ਲੋਕਾਂ ਨਾਲ ਸਤਿਗੁਰੂ ਨੇ ਚਰਚਾ ਕੀਤੀ, ਤੇ ਜਿਹਦੇ ਵਿੱਚ ਜੋ ਕੋਈ ਕਮੀ ਸੀ ਮਹਾਰਾਜ ਜੀ ਨੇ ਕਮੀ ਬਾਰੇ ਦੱਸ ਕੇ ਵੀ ਇਸ ਜਗ੍ਹਾ ਤੇ ਤੁਸੀਂ ਗਲਤ ਹੋ ਤੇ ਆਪਣੇ ਜੀਵਨ ਦਾ ਸੁਧਾਰ ਕਰੋ। ਆਹੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਰਪਾ ਵਰਤਾਈ। ਉਹਨਾਂ ਨੇ ਹਰ ਤਰ੍ਹਾਂ ਦੇ ਕਿੱਤੇ ਦੇ ਲੋਕਾਂ ਨਾਲ ਵੀ ਗੱਲਾਂ ਕੀਤੀਆਂ ਨੇ, ਕਿਸਾਨਾਂ ਨਾਲ ਵੀ, ਨੌਕਰੀ ਪੇਸ਼ਾ ਲੋਕਾਂ ਨਾਲ ਵੀ, ਦੁਕਾਨਦਾਰ, ਵਪਾਰੀ, ਮਹਾਰਾਜ ਜੀ ਨੇ ਸਾਰਿਆਂ ਦੇ ਨਾਲ ਚਰਚਾ ਕੀਤੀ। ਤਾਂ ਸਾਰਿਆਂ ਨੂੰ ਮਹਾਰਾਜ ਜੀ ਨੇ ਗੁਰਮਤਿ ਦੀ ਗੱਲ ਸਮਝਾਈ। ਹੁਣ ਇੱਥੇ ਕਿਸੇ ਪੰਡਤ ਦੇ ਨਾਲ ਸਤਿਗੁਰੂ ਦੀ ਵਿਚਾਰ ਚੱਲ ਰਹੀ ਹੈ, ਤੇ ਪੰਡਤ ਆਪਣੇ ਢੰਗ ਦੇ ਨਾਲ ਰੱਬ ਦੀ ਗੱਲ ਕਰ ਰਿਹਾ ਹੈ। ਉਹ ਭਿੰਨਤਾ ਦੀ ਗੱਲ ਕਰ ਰਹੀ ਹੈ, ਦੇਵੀ ਦੇਵਤਿਆਂ ਦੇ ਰੂਪ ਦੇ ਵਿੱਚ ਗੱਲ ਕਰ ਰਹੀ ਹੈ, ਬਹੁ ਦੇਵਵਾਦ ਦੀ ਗੱਲ ਕਰ ਰਹੀ ਹੈ। ਤੇ ਮਹਾਰਾਜ ਧੰਨ ਗੁਰੂ ਨਾਨਕ ਸਾਹਿਬ ਸਤਿਗੁਰੂ ਉਹਨੂੰ ਸਮਝਾਉਣਾ ਚਾਹੁੰਦੇ ਨੇ ਵੀ ਦੁਨੀਆ ਨੂੰ ਪੈਦਾ ਕਰਨ ਵਾਲਾ ਇੱਕ ਹੀ ਹੈ। ਤੁਸੀਂ ਬਹੁਤੀਆਂ ਅਡੰਬਰਾਂ ਦੇ ਵਿੱਚ ਨਾ ਪਾਓ, ਤੁਸੀਂ ਆਪਣਾ ਜੀਵਨ ਵੀ ਖਰਾਬ ਕਰੋਗੇ ਤੇ ਦੂਜਿਆਂ ਦੀ ਜ਼ਿੰਦਗੀ ਵੀ ਬਰਬਾਦ ਕਰੋਗੇ। ਇਹਨਾਂ ਰੰਗ ਬਰੰਗੀਆਂ ਗੱਲਾਂ ਦੇ ਵਿੱਚ ਪਾ ਕੇ, ਇਹਨਾਂ ਉਲਝਣਾਂ ਦੇ ਵਿੱਚ ਪਾ ਕੇ, ਸੰਸਾਰ ਨੂੰ ਉਲਝਾ ਕੇ ਤੁਸੀਂ ਸਹੀ ਪਾਸੇ ਨਹੀਂ ਲਿਜਾ ਸਕੋਗੇ। ਮਹਾਰਾਜ ਜੀ ਗੱਲ ਸਮਝਾਉਣੀ ਚਾਹੁੰਦੇ ਨੇ।
ਇਸੇ ਕਾਰਨ ਕਰਕੇ ਇਸ ਬਾਣੀ ਦਾ ਨਾਮ ਗੁਰੂ ਸਾਹਿਬ ਨੇ ਓੰਕਾਰ ਦਿੱਤਾ, ਜਿਹੜੀ ਆਪਾਂ ਪਹਿਲਾਂ ਵਿਚਾਰ ਕਰ ਰਹੇ ਸੀ, ਕਿਉਂਕਿ ਇਹਦੇ ਵਿੱਚ ਗੱਲ ਇੱਕ ਪਰਮੇਸ਼ਰ ਦੀ ਕੀਤੀ ਗਈ ਹੈ, ਇੱਕ ਰੱਬ ਦੀ ਗੱਲ ਕੀਤੀ ਗੁਰੂ ਸਾਹਿਬ ਨੇ। ਤਾਂ ਕਰਕੇ ਬਾਣੀ ਦਾ ਸਰਲੇਖ ਓੰਕਾਰ ਦੇ ਦਿੱਤਾ ਹੈ। ਤੇ ਸਮਝਾ ਰਹੇ ਨੇ ਮਹਾਰਾਜ ਕਿਸੇ ਪੰਡਤ ਨੂੰ, ਕਿਸੇ ਬ੍ਰਾਹਮਣ ਨੂੰ, ਜਿਹਦੇ ਨਾਲ ਗੁਰੂ ਸਾਹਿਬ ਦੀ ਚਰਚਾ ਹੋ ਰਹੀ ਹੈ। ਤਾਂ ਰਹਾਉ ਦੀ ਤੁਕ ਵਿੱਚ ਬਚਨ ਆ ਗਿਆ, ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਪੰਡਤ ਜੀ, ਕਿਹੜੇ ਜੰਜਾਲਾਂ ਦੀਆਂ ਗੱਲਾਂ ਤੁਸੀਂ ਕਰੀ ਜਾ ਰਹੇ ਹੋ? ਕਿਉਂ ਲੋਕਾਂ ਨੂੰ ਉਲਝਣਾਂ ਦੇ ਵਿੱਚ ਪਾ ਰਹੇ ਹੋ? ਕਿਉਂ ਸੰਸਾਰ ਦੇ ਲੋਕਾਂ ਨੂੰ ਭਰਮਾਂ ਤੇ ਭੁਲੇਖਿਆਂ ਦੇ ਵਿੱਚ ਪਾ ਕੇ ਠੱਗ ਰਹੇ ਹੋ? ਇੱਕ ਰੱਬ ਦੀ ਗੱਲ ਕਰੋ, ਸੱਚੇ ਪਰਮੇਸ਼ਰ ਦੀ ਗੱਲ ਕਰੋ, ਤੁਹਾਡਾ ਜੀਵਨ ਵੀ ਸਫਲਾ ਹੋਏਗਾ, ਤੁਸੀਂ ਬਾਕੀਆਂ ਨੂੰ ਵੀ ਚੰਗਾ ਉਪਦੇਸ਼ ਦੇ ਸਕੋਗੇ। ਔਰ ਇਹ ਵੀ ਗੱਲ ਆਪਾਂ ਯਾਦ ਰੱਖੀਏ, ਬਾਣੀ ਦਾ ਵਾਕ ਹੈ, ਜਦੋਂ ਸਤਿਗੁਰੂ ਕਿਸੇ ਨੂੰ ਸਿੱਖਿਆ ਦਿੰਦੇ ਨੇ ਤੇ ਸੰਬੋਧਨ ਤੇ ਮਹਾਰਾਜ ਹੁਣ ਉਸੇ ਨੂੰ ਕਰਨਗੇ ਜਿਹਦੇ ਨਾਲ ਗੁਰੂ ਸਾਹਿਬ ਦੀ ਚਰਚਾ ਹੋ ਰਹੀ। ਜੇ ਕਾਜ਼ੀ ਦੇ ਨਾਲ ਚਰਚਾ ਹੋ ਰਹੀ ਹੈ ਤੇ ਮਹਾਰਾਜ ਕਾਜ਼ੀ ਨੂੰ ਸੰਬੋਧਨ ਕਰਨਗੇ, ਉਹਦੀ ਭਾਸ਼ਾ ਵਿੱਚ ਗੱਲ ਕਰਨਗੇ। ਜੇ ਗੱਲ ਗੁਰੂ ਸਾਹਿਬ ਦੀ ਕਿਸੇ ਜੋਗੀ ਦੇ ਨਾਲ ਹੋ ਰਹੀ ਹੈ ਤੇ ਜੋਗੀ ਨੂੰ ਸੰਬੋਧਨ ਕਰਨਗੇ ਤੇ ਉਹਦੇ ਚਿੰਨ੍ਹਾਂ ਦੀ ਗੱਲ ਕਰਨਗੇ, ਉਹਦੀ ਭਾਸ਼ਾ ਵਿੱਚ ਗੱਲ ਕਰਨਗੇ। ਜੇ ਕਿਸੇ ਕਿਸਾਨ ਨਾਲ ਗੱਲਬਾਤ ਕੀਤੀ ਹੈ ਤੇ ਕਿਸਾਨੀ ਦੀ ਭਾਸ਼ਾ ਵਿੱਚ ਕੀਤੀ ਹੈ। ਪਰ ਇਹਦਾ ਅਰਥ ਇਹ ਨਹੀਂ ਹੈ ਕਿ ਗੁਰੂ ਜੀ ਸਿਰਫ ਕਾਜ਼ੀ ਨੂੰ, ਸਿਰਫ ਜੋਗੀ ਨੂੰ, ਸਿਰਫ ਕਿਸਾਨ ਨੂੰ, ਸਿਰਫ ਪੰਡਤ ਨੂੰ ਸਮਝਾ ਰਹੇ ਨੇ। ਨਹੀਂ, ਉਪਦੇਸ਼ ਸਾਡੇ ਸਾਰਿਆਂ ਵਾਸਤੇ ਹੈ। ਹੁਣ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਸੋਠ ਰਾਗ ਵਿੱਚ, ਮਨ ਹਾਲੀ ਕਿਰਸਾਨੀ ਕਰਨੀ, ਸ਼ਰਮ ਪਾਣੀ ਤਨ ਖੇਤ, ਨਾਮ ਬੇਸ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਮਹਾਰਾਜ ਜੀ ਨੇ ਸਮਝਾਇਆ ਕਿ ਸੱਚੀ ਕਿਰਸਾਨੀ ਕਿਵੇਂ ਕਰੀਦੀ। ਭਾਉ ਕਰਮ ਕਰ ਜਮਸੀ ਸੇ ਕਰ ਭਾਗੜ ਦੇਖ। ਹੁਣ ਇਹਦਾ ਭਾਵ ਹੀ ਨਹੀਂ ਇਕੱਲੇ ਕਿਸਾਨਾਂ ਨੂੰ ਸਿੱਖਿਆ ਦਿੱਤੀ, ਕਿਸਾਨ ਨੂੰ ਸੰਬੋਧਨ ਕਰਕੇ ਗੱਲ ਸਮਝਾ ਕੇ ਉਪਦੇਸ਼ ਸਾਨੂੰ ਸਾਰਿਆਂ ਨੂੰ ਦਿੱਤਾ ਹੈ ਗੁਰੂ ਸਾਹਿਬ ਨੇ। ਹੁਣ ਇਸੇ ਤਰ੍ਹਾਂ ਮਹਾਰਾਜ ਜੀ ਨੇ ਕਿਤੇ ਕਾਜ਼ੀ ਨੂੰ ਸੰਬੋਧਨ ਕਰਤਾ, ਕਿਤੇ ਬ੍ਰਾਹਮਣ ਨੂੰ ਸੰਬੋਧਨ ਕਰਤਾ। ਤਾਂ ਤੁਹਾਡੇ ਆਪਣੇ ਮਨ ਦੀਆਂ ਘਾੜਤਾਂ ਨੇ, ਇਹ ਸੱਚੇ ਰੱਬ ਦੀ ਗੱਲ ਨਹੀਂ ਤੁਸੀਂ ਕਰ ਰਹੇ ਹੋ, ਇਹ ਤੁਹਾਡੇ ਆਪਣੇ ਮਨ ਦੀਆਂ ਘਾੜਤਾਂ ਨੇ ਸਾਰੀਆਂ। ਕਦੇ ਕਿਸੇ ਰਾਜੇ ਦੇ ਰੂਪ ਦੇ ਵਿੱਚ ਰੱਬ ਦਾ ਜ਼ਿਕਰ ਕਰ ਦਿੱਤਾ। ਗੁਰੂ ਸਾਹਿਬ ਨੇ ਤਾਂ ਹੀ ਤੇ ਬਾਣੀ 'ਚ ਕਿਹਾ ਸੀ, ਜੁਗੇ ਜੁਗੇ ਕੇ ਰਾਜੇ ਕੀਏ ਗਾਵੇਂ ਕਰ ਅਵਤਾਰੀ। ਸਮਿਆਂ ਸਮਿਆਂ ਦੇ ਰਾਜੇ ਹੁੰਦੇ ਸਨ, ਬਾਦਸ਼ਾਹ ਹੁੰਦੇ ਸਨ, ਲੋਕਾਂ ਨੇ ਅਵਤਾਰ ਕਹਿ ਕੇ ਪੂਜਣਾ ਸ਼ੁਰੂ ਕਰ ਦਿੱਤਾ। ਉਹਨਾਂ ਰਾਜਿਆਂ ਨੂੰ ਹੀ ਅਵਤਾਰ ਬਣਾ ਦਿੱਤਾ ਗਿਆ ਤੇ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਵੀ ਇਹ ਫਲਾਣੇ ਦੇਵਤੇ ਦਾ ਅਵਤਾਰ ਸੀ ਤੇ ਸੰਸਾਰ ਦੇ ਸੁਧਾਰ ਲਈ ਆਇਆ ਸੀ। ਸਨ ਮਨੁੱਖ, ਸਨ ਸਮਿਆਂ ਦੇ ਰਾਜੇ, ਲੋਕਾਂ ਨੇ ਰੱਬ ਬਣਾ ਕੇ ਪੂਜਣਾ ਸ਼ੁਰੂ ਕਰ ਦਿੱਤਾ। ਤਾਂ ਹਜ਼ੂਰ ਜੀ ਉਹਨਾਂ ਜੰਜਾਲਾਂ ਦੀ ਗੱਲ ਕਰਦਿਆਂ ਹੋਇਆ ਕਹਿੰਦੇ ਨੇ, ਪੰਡਤ ਜੀ ਨਾ ਇਹਨਾਂ ਜੰਜਾਲਾਂ ਦੇ ਵਿੱਚ ਪਾਓ, ਲੋਕਾਂ ਨੂੰ ਭਰਮਾਂ ਤੇ ਭੁਲੇਖਿਆਂ ਦੇ ਵਿੱਚ ਪਾ ਕੇ ਉਹਨਾਂ ਦੀ ਜ਼ਿੰਦਗੀ ਦਾ ਸਮਾਂ ਬਰਬਾਦ ਨਾ ਕਰੋ। ਤੇ ਹਜ਼ੂਰ ਜੀ ਨੇ ਪੰਡਤ ਲੋਕਾਂ ਦਾ ਜੀਵਨ ਫਿਰ ਬਾਣੀ ਵਿੱਚ ਦੱਸਿਆ ਵੀ ਹੈ। ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ। ਜਿਹਨੂੰ ਮਹਾਰਾਜ ਇੱਥੇ ਜੰਜਾਲ ਕਹਿ ਰਹੇ ਨੇ ਕਿ ਪੰਡਤ ਲੋਕ ਪੋਥੀਆਂ ਵਾਚਦੇ ਨੇ, ਪੋਥੀਆਂ ਉਹਨਾਂ ਨੂੰ ਪੜ੍ਹਨੀਆਂ ਆਉਂਦੀਆਂ ਨੇ। ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਪਰ ਉਹਨਾਂ ਨੂੰ ਸੱਚੇ ਰੱਬ ਦੀ ਵਿਚਾਰ ਨਹੀਂ ਆਉਂਦੀ ਹੈ। ਪੋਥੀਆਂ ਪੜ੍ਹਦੇ ਨੇ, ਪੋਥੀਆਂ ਦੀ ਗੱਲ ਵੀ ਕਰਦੇ ਨੇ, ਪੰਡਿਤ ਵਾਚੈ ਪੋਥੀਆਂ ਨਾ ਬੂਝੈ ਵਿਚਾਰ, ਪਰ ਸੱਚ ਦੀ ਵਿਚਾਰ ਥੋੜਾ ਸਮਝਦੇ ਨੇ। ਅਣਕੋ ਮੱਤੀ ਦੇ ਚਲੇ, ਦੂਜਿਆਂ ਨੂੰ ਬੱਤਾਂ ਵੀ ਦੇਣ ਲੱਗ ਪੈਂਦੇ ਨੇ। ਮਾਇਆ ਕਾ ਵਪਾਰ, ਪਰ ਕਰ ਸਿਰ ਮਾਇਆ ਦਾ ਵਪਾਰ ਰਹੇ ਨੇ। ਗੁਰੂ ਜੀ ਨੇ ਕਿਹਾ ਇਹੋ ਜਿਹੀ ਪੰਡਤਾਈ ਦੀ ਸਾਨੂੰ ਲੋੜ ਨਹੀਂ। ਸੱਚਾ ਪੰਡਿਤ ਉਹ ਹੁੰਦਾ ਹੈ ਜਿਹੜਾ ਖੁਦ ਵਾਹਿਗੁਰੂ ਨਾਲ ਜੁੜਿਆ ਹੋਵੇ ਤੇ ਦੂਜਿਆਂ ਨੂੰ ਜੋੜਨ ਦੀ ਸਮਰੱਥਾ ਰੱਖਦਾ ਹੋਵੇ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ। ਸੋ ਪੰਡਿਤ ਉਹ ਹੀ ਪੰਡਿਤ ਹੈ, ਸੱਚਾ ਵਿਦਵਾਨ ਉਸੇ ਨੂੰ ਕਹਿੰਦੇ ਨੇ ਜੋ ਮਨ ਪ੍ਰਬੁੱਧ ਹੈ, ਜਿਹੜਾ ਸਭ ਤੋਂ ਪਹਿਲਾਂ ਆਪਣੇ ਮਨ ਨੂੰ ਸਮਝਾ ਲਏ ਕਿ ਸੱਚ ਆ ਹੈ, ਆ ਨਹੀਂ ਹੈ ਜਿਹੜਾ ਚਾਰ ਪੈਸਿਆਂ ਦੇ ਲਾਲਚ ਵਿੱਚ ਮੈਂ ਲੋਕਾਂ ਨੂੰ ਕਹਿ ਰਿਹਾ। ਜਿਹਨੂੰ ਗੁਰੂ ਸਾਹਿਬ ਨੇ ਕਿਹਾ ਪ੍ਰਥਮੇ ਮਨ ਪ੍ਰਬੁੱਧੇ ਆਪਣਾ ਪਾਛੈ ਅਵਰ ਰਿਝਾਵੇ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਮੈਂ ਸੁਧ ਹੈ, ਵਾਹਿਗੁਰੂ ਦਾ ਨਾਮ ਅੰਦਰ ਟਿਕਾ ਲਵੇ, ਆਪਣੇ ਜੀਵਨ ਨੂੰ ਚੰਗਾ ਬਣਾ ਲਵੇ। ਰਾਮ ਨਾਮ ਆਤਮ ਮੈਂ ਸੁਧ ਹੈ, ਰਾਮ ਨਾਮ ਸਾਰ ਰਸ ਪੀਵੇ, ਪਰਮਾਤਮਾ ਦੇ ਨਾਮ ਦਾ ਸ੍ਰੇਸ਼ਟ ਰਸ ਪੀਣ ਲੱਗ ਜਾਏ।
महाराज सच्चे पातशाह ने फिर अगली गल कही, कहते तिस पंडित कै उपदेश जग जीवै। इहो जे पंडित की सिक्ख्या के नाल फिर संसार आत्मक तौर पर जिउंदा होएगा। तो गुरु जी ने इहो जे पंडित बनने की सिक्ख्या दी, तो आ जिहड़े माया के व्यापार वाले ने उन्हां दा फिर जीवन खोल के साडे सामने रख दिता भी इत्थे गल कोई खास है नहीं, जिहो जिहा झूठ का पुलंदा ये लोग खड़ा कर रहे हैं। तो महाराज जी ने फिर बाणी में समझाया भी इन्हां पंडित लोगों ने ग्रंथां का बोझ तो अपने सिर के उपर चुक लिए, पर ये सच्चे वाहिगुरू जी के नाम के नाल नहीं जोड़ सके हैं। तो इहो जे लोगों बारे क्या सी, क्या पढ़ी है, क्या गुणी है, क्या वेद पुराना सुनिए पढ़े सुने, क्या हुई जो सहज ना मिलियो सोई, हर का नाम ना जपस गवारा, क्या सोचे बारंबारा। तो उन्होंने समझाते क्या सी, अंधियारे दीपक चाहिए, एक वस्ता गोचर लहीए, वस्ता गोचर पाई, घट दीपक रहा समाई। भाई नाम का दीवा अपनी जिंदगी च जगा लो, जे जग जाएगा तो तुहाडा भी हनेरा दूर हो जाएगा। तो गुरु साहब का वाक्य सुन पांडे क्या लिखो जंजाला, लिख राम नाम गुरमुख गोपाला। पंडित जी जंजाल दी गल्लां लिखनियां छड़ दो, जे लिखना ही है तो अपने मन के उपर परमेश्वर का नाम लिखो। तो लिखना किहदे कोलों पुछ के, गुरु दे कोलों, अपनी मर्जी वाला नहीं लिखना है। हिरदे के उपर नाम लिखना है, वह भी गुरु दे कोलों पुछ के लिखना है। जिन्होंने गुरु साहब ने कहा सी, जाल मोह कस मस कर, मत कागद कर सार। धन गुरु नानक साहब जी का वाक बड़े प्यारे बचन ने गुरु साहब के, कहते अपने मन के मोह नूं जाल मोह नूं साड़ दे। तो कोई चीज़ आप साड़ दईए तो उसकी स्वाह बन जाती है। हजूर कहते मोह नूं साड़ दे, कस मस कर, उस स्वाह नूं घसा के उसकी स्याही तैयार कर ले। जाल मोह कस मस कर, मत कागज, अपनी मत का कागज तैयार कर। यह श्रेष्ठ कागज है जिहदे उपर आप लिखना है। मत कागज कर सार, भाओ कलम कर चित लिखारी। परमात्मा के प्यार की कलम फड़ ले, अपने चित नूं लिखारी बना, तेरा मन लिखण वाला होवे। भाओ कलम कर चित लिखारी, गुर पुछ लिख विचार। पर इन्ना कुछ तेरे कोल होवे तां भी जो लिखना गुरु नूं पुछ के लिखना, अपनी मर्जी वाला नहीं लिखना। मूँह नूं साड़ के उसकी स्याही तैयार कर ली घसा के, तो मत वाला श्रेष्ठ कागज हो गया, मन लिखण वाला लिखारी बन गया, भाव के मन भी टिक गया। उहदे तो बाद भी जो लिखना गुरु नूं पुछ के लिखना, उत्थे अपनियां मन मर्जियां नहीं करनियां हन। जाल मोह कस मस कर, मत कागद कर सार, भाओ कलम कर चित लिखारी। गुर पुछ लिख विचार, लिख नाम साला लिख, लिख अंत ना पारा वार। बाबा ये लेखा लिख जान, जिथे लेखा मंगिए तिथे होए सच्चा निशान। आ लेखा लिखना किसी नूं आ जाए, महाराज इस लेखे की गल पंडित नूं समझा रहे हैं। सुन पांडे क्या लिखो जंजाला, लिख राम नाम गुरमुख गोपाला। लिखना ही है, मन ते नाम लिख ते लिख भी हो जिहड़ा गुरु जी तेनों लिखण वास्ते कहंदे हैं। तो इहदा भाव महाराज जी ने यह पावन बाणी ओंकार किसी पंडित के नाल चर्चा करदियां होया उचारण की। की महाराज ये विच अगे उपदेश बख्शिश करते हैं। पहले पदे तो बाणी की अगली जिहड़ी विचार है वो कल सवेर के दीवाना आप साझी करन दा यतन करांगे। धन गुरु नानक साहब महाराज मेहर किरपा करन, गुरबाणी का उपदेश गुरबाणी की सिक्ख्या साडे हिरदे विच वसाउण। गुरु किरपा गुरु मेहर के पात्र बन सकीए। स्वज दियां विचारां की इत्थे समाप्ति करांगे। पावन बाणी नूं विचारदियां समझदियां बेअंत भुल्लां होईयां ने, भुल्लां गलतियां दी आप जी ने खिमा बख्शिश करनी। आओ सारे फतेह दी सांझ पाईए। वाहिगुरु जी का खालसा वाहिगुरु जी की फतेह। तू ठाकुर तुम
सगल समगरी तुमरै तुमरे गत मित तुदे आगे अर कहो नानक सब वाहिगुरु वाहिगुरु। एक ओंकार श्री वाहिगुरु जी की फतेह। श्री प्रभु सहाय वार श्री प्रभु पातशाह दसवीं प्रथंगते सिमरक गुरु नानक लैते आए फिरंगत गुरते अमरदास रामदास हुई सहाय। अर्जन हर गोविंद नाम सिमराम श्री हर आए। श्री हर कृष्ण त्याइया सिठे शब्द हो जाए। तेग बहादुर सिमरिया करनाउं दयावै ताए सब थाई हुई सहाय। दसवें पातशाह श्री गुरु गोबिंद सिंह साहब जी सब थाई हुई सहाय। दशां पातशाह जोत साहब श्री गुरु ग्रंथ साहिब दे पाठ दीदार दा ध्यान तरके खालसा जी वालों जे पंजा प्यारियां चौहां साहिबजादियां 40 मुक्तियां हठियां जपियां तपियां जिन्हां ने नाम जपिया वंड के छकिया देग चलाए तेग वाहे देख के अंडठ कीता। तिन्हां प्यारियां सचरनी कमाई दा ध्यान तरके खालसा जी वालों जे जिन्हां ਸਿੰਘਾਂ ਸਿੰਘਣੀਆਂ ने धर्मे सीस दते बंद बंद कटवाए। खोपरियां लाहियां चरखड़ियां ते चढ़े आरना चराए गए। गुरुद्वारे सेवा ले कुर्बानियां कीतियां धर्म नहीं हारिया सिੱਖੀ केसां स्वसन नाल निभाए। तिन्हां दे कमाई दा ध्यान तरके खालसा जी वालों जे पंजा तख्तां ते सरबत गुरुद्वारे दा ध्यान तरके खालसा जी वालों जे प्रथम सरबत खालसा जी की अरदास है जे। सरबत खालसा जी का वाहिगुरु 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 चिते आवे। चिते आवन का सदका सर्व सुख होवे। जहाँ जहाँ खालसा जी साहिब तहाँ तहाँ रछिया रियायत देग तेग फतेह। बिरद की पैज पंथ की जीत श्री साहब जी सहाय। खालसा जी के बोल वाले बोलो जी। सिखा नूं सिखी दान केस दान रहत दान विवेक दान विशा दान भरोसा दान दाना सरदा नाम दान। श्री अमृत सर साहिब दर्शन इशनान चौंकियां झंडे पुंगे जुगो जुगा टल धर्म का जयकार खालसा जी वालों जे। सिखां दा मानीवा मत उच्चे मत पत दा रखा। आ वाहिगुरु होवना जो अकाल पुरख वाहिगुरु अपने पंथ दे सदा सहाय दा तार जीओ। श्री ननकाना साहिब ते और गुरुद्वारियां गुरधामा जिन्हां तो पंथ नूं विछोड़िया गया है जे खुले दर्शन दीदार ते सेवा संभालदा दान खालसा जी ने बख्शो निमाणियां दे मान नेताणियां दे तां नेवटियां दी ओट सच्चे पिता वाहिगुरु जुग जुगा टल धन धन साहब श्री गुरु ग्रंथ साहिब जी महाराज आप दे पितर चरणा कमला पास निमरता सहित अरदास बेनती है सतगुरु जीओ आप दी महान महान कृपा हुई है जे। अमृत तो लै करके आप जी ने सिख संगतां नूं खुले दर्शन ददारे बख्श के निहाल किया जी। आप दे हिजर विच पवित्र बाणी दे पाठ होए ने जी शब्द कीर्तन होए ने जे। पितरबाणी दियां लड़ीवार गुरु कथा विचारां होईयां ने जे। आप दे पितरबाणी पढ़दे आ शब्द कीर्तन करदे आ गुरु कथा विचारां करदे आ दर करदे सेवा संभाल करदे आ अनेक प्रकार दियां भुलां चुका हो गईयां होणगीयां सतगुरु जी सो माफ करना जे। अगे वास्ते समत शिश करने जे। बाणी पढ़ी सुनींदा भाव
ਕੀਤੀਆਂ ਵਿਚਾਰਾਂ ਦਾ ਭਾਵ ਦਰਾਈਆਂ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਣਾ ਜੇ। ਜਿਨ੍ਹਾਂ ਜਿਨ੍ਹਾਂ ਮਾਈ ਭਾਈ ਨੇ ਦੂਰੋਂ ਨੇੜੋਂ ਚੱਲ ਕੇ ਸਤਿਗੁਰੂ ਜੀ ਆਪਦੇ ਪਿੱਤਰ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਜੇ, ਸਭ ਦੀਆਂ ਹਾਜ਼ਰੀਆਂ ਤਿਲ ਫੁਲ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਜੇ। ਸਭ ਨੂੰ ਆਪਣੇ ਦਰ ਕਰੋ ਸਿੱਖੀ ਸਦਕ ਭਰੋਸਾ ਨਾਮਦਾਨ ਬਖਸ਼ਣਾ ਜੇ। ਸਮੁੱਚੀਆਂ ਸੰਗਤਾਂ ਦੇ ਸਿਰ ਤੇ ਆਪਣਾ ਮਿਹਰ ਪ੍ਰਿਆਤ ਰੱਖਣਾ ਜੇ। ਚੜ੍ਹਦੀਆਂ ਕਲਾਂ ਵਾਲਾ ਜੀ ਨੂੰ ਬਖਸ਼ਿਸ਼ ਕਰਨਾ ਜੇ। ਇਸੇ ਤਰ੍ਹਾਂ ਨਾਮ ਬਾਣੀ ਦੇ ਨਾਲ ਜੋੜ ਕੇ ਰੱਖਣਾ ਜੇ। ਆਪਣੇ ਚਰਨਾਂ ਕਮਲਾਂ ਦਾ ਪਿਆਰ ਬਖਸ਼ਦੇ ਰਹਿਣਾ ਜੇ। ਆਪਣੇ ਸੇਵਕਾਂ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਜੇ। ਸਤਿਗੁਰੂ ਜੀ ਆਪਦੇ ਹਜ਼ੂਰੀ ਵਿੱਚ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੇ। ਲੰਗਰ ਹਾਜ਼ਰ ਹੈ ਜੇ। ਦਰ ਪ੍ਰਵਾਨ ਹੋਵੇ। ਦਰ ਪ੍ਰਵਾਨ ਹੋਇਆ ਪ੍ਰਸਾਦ ਅਤੇ ਲੰਗਰ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੇ। ਕਰੋ ਜੀ ਕਿਰਪਾ ਜੇ। ਦਰਗਾਹੀ ਪ੍ਰਮਾਣ ਸੁਣਾ ਕੇ ਸਿੱਖ ਸੰਗਤਾਂ ਨੂੰ ਨਿਹਾਲ ਕਰੋ ਜੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਸੇ ਪਿਆਰੇ ਮੇਰੇ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤੇ ਆਵੈ। ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਗਿਆ ਭਏ ਅਕਾਲ ਕੇ ਸਭ ਸਿੱਖਨ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਆ ਜੋ ਪ੍ਰਭ ਕੋ ਮਿਲਵੋ ਚਾਹੈ। ਰਾਜ ਕਰੇਗਾ ਖਾਲਸਾ ਵਾਰ ਹੋਏ ਸੰਭਲਾਂਗੇ। ਵਾਰ ਹੋਏ ਸੰਭਲਾਂਗੇ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।